ਇੰਟਰਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਸੀ ਮੇਰਾ ਇੱਕ ਉਹ ਹਰਮਿੰਦਰ ਦੁੱਲਵਾਲ ਭਾਜੀ ਨੇ ਕਰਵਾਇਆ ਸੀਗਾ, ਉੱਥੇ ਸਿੰਗਾਪੁਰ ਹੋਇਆ ਸੀਗਾ ਅਤੇ ਪੈਸੀਫਿਕ 'ਚ ਏਸ਼ੀਆ ਪੈਸੀਫਿਕ ਚੈਂਪੀਅਨਸ਼ਿਪ ਸੀਗੀ। ਉਹਦੇ 'ਚ ਕੋਈ ਟੋਟਲ 146 ਕੰਟਰੀਜ਼ ਦੇ ਜਿਹੜੇ ਪਾਰਟੀਸਪੈਂਟ ਸੀਗੇ ਅਤੇ ਉਹਦੇ ਵਿੱਚ ਮੇਰੀ ਕੈਟਾਗਰੀ ਦੇ ਵਿੱਚ ਜਿਹੜਾ ਗੋਲਡ ਮੈਡਲ ਪਿਆ ਸੀਗਾ। ਬਚਪਨ 'ਚ ਤਾਂ ਚਲੋ ਜਿਵੇਂ ਨੋਰਮਲ ਹਰੇਕ ਬੱਚੇ ਦਾ ਹੁੰਦਾ ਨਾ, ਉਦੋਂ ਇੰਨੀ ਆਪਾਂ ਨੂੰ ਵੀ ਸਮਝ ਨਹੀਂ ਹੁੰਦੀ। ਉਸ ਤੋਂ ਬਾਅਦ ਜਿਵੇਂ ਆਫਟਰ +2 ਜਿਵੇਂ ਮੈਂ ਆਪਦੇ ਫਰੈਂਡਸ ਨਾਲ ਥੋੜ੍ਹਾ ਬਹੁਤਾ ਜਿੰਮ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕਰਤਾ। ਉੱਥੋਂ ਹੀ ਬਸ ਥੋੜ੍ਹਾ ਜਿਵੇਂ 6 ਮਹੀਨੇ ਬਾਅਦ ਥੋੜ੍ਹਾ ਰਿਜ਼ਲਟ ਮਿਲਣਾ ਸਟਾਰਟ ਹੋ ਗਿਆ, ਉਹਦਾ ਵਿੱਚ ਚਸਕਾਇਆ ਪੈ ਗਿਆ। ਕਰਦੇ ਕਰਦੇ ਅੱਜ ਇੱਥੋਂ ਤੱਕ ਵੀ 16-17 ਸਾਲ ਹੋ ਗਏ ਕੰਟੀਨਿਊ ਦੇ ਵਿੱਚੋਂ ਥੋੜ੍ਹਾ ਗੈਪ ਵੀ ਪੈ ਜਾਂਦਾ ਹੈ, ਜਿਵੇਂ ਸਟੱਡੀ ਵੀ ਕੰਪਲੀਟ ਕੀਤੀ ਇਨ ਬਿਟਵੀਨ ਆਪਦੀ, ਬਟ ਜਿੰਮ ਨਹੀਂ ਛੱਡਿਆ ਉਹਦਾ। ਮੈਂ ਉਹ ਟਾਈਮ ਕਿਸੇ ਨਾ ਕਿਸੇ ਤਰ੍ਹਾਂ ਕੱਢ ਹੀ ਲਿਆ। ਹਰ ਤਰ੍ਹਾਂ ਦੇ ਲੋਕ ਮਿਲਦੇ ਆਪਾਂ ਜਿੱਥੇ ਕਿਤੇ ਜਾਂਦੇ ਹਾਂ ਨਾ, ਉਦੋਂ ਵੀ ਲੋਕਾਂ ਨੂੰ ਇਹ ਲੱਗਦਾ ਹੋਊ ਵੀ ਕਿਹੜੇ ਚੱਕਰਾਂ 'ਚ ਪਏ ਜਾਣਾ, ਕੀ ਇਹਨਾਂ ਨੂੰ ਇਹ ਮਤਲਬ ਹੁਣ ਤੱਕ ਬਹੁਤ ਸਾਲ ਹੋ ਗਏ ਚੀਜ਼ਾਂ ਯਾਦ ਨਹੀਂ। ਅੱਜ ਤਾਂ ਜਿਵੇਂ ਮੁੰਡੇ ਵੇਖ ਕੇ ਕਾਪੀ ਕਰਦੇ ਆ, ਪਰ ਉਦੋਂ ਉਹਨਾਂ ਨੂੰ ਐਂ ਲੱਗਦਾ ਹੋਊਗਾ ਵੀ ਯਾਰ ਇਹ ਕਿਹੜੇ ਚੱਕਰਾਂ 'ਚ ਪਏ, ਇਹਨਾਂ ਤੋਂ ਕਿੱਥੇ ਹੋਣਾ ਨਾ। ਮਤਲਬ ਕੋਈ ਇੱਦਾਂ ਸੀ ਜਿਵੇਂ ਮੈਨੂੰ ਕੋਈ ਫੜ ਕੇ ਰੋਕ ਰਿਹਾ ਵੀ ਤੈਨੂੰ ਪਹੁੰਚਣ ਨਹੀਂ ਦੇਣਾ, ਬਸ ਵੀ ਉਹ ਇੰਨੀਆਂ ਕੁ ਮੁਸ਼ਕਿਲਾਂ ਆਈਆਂ ਇੱਥੋਂ ਦਿੱਲੀ ਤੋਂ ਲੈ ਕੇ ਮੈਨੂੰ ਸਿੰਗਾਪੁਰ ਤੱਕ, ਅਤੇ ਪਰ ਕਿਸੇ ਨਾ ਕਿਸੇ ਤਰ੍ਹਾਂ ਚਲੋ ਪਹੁੰਚ ਗਏ। ਅਤੇ ਜਾਂਦੇ ਹੀ ਜਦੋਂ ਅਨਾਊਂਸ ਹੋਇਆ ਗੋਲਡ ਮੈਡਲ ਉਹਦਾ ਮਿਲ ਗਿਆ, ਅਤੇ ਉਹ ਫਿਰ ਸਾਰੀ ਚੀਜ਼ਾਂ ਜਿਵੇਂ ਭੁੱਲ ਗਈਆਂ ਗੱਲ। ਗੱਲ ਕੀਤੀ ਜਾਵੇ ਜਿਹੜੇ ਬੋਡੀ ਬਿਲਡਰ ਆ, ਹੋਰ ਬਹੁਤ ਮੁੰਡੇ ਜਿਹੜੇ ਰੁਲਦੇ ਫਿਰਦੇ ਜਿਨ੍ਹਾਂ ਨੇ ਗੋਲਡ ਮੈਡਲ, ਤੁਸੀਂ ਦੇਖੇ ਜੇ ਕੀ ਹੁੰਦਾ ਪਿਆ। ਕੋਈ ਪਲੇਟਫਾਰਮ ਹੀ ਹੈ ਨਹੀਂ ਵੀ ਕਿੱਥੇ ਜਾ ਕੇ ਕਿਹਨੂੰ ਮਿਲਿਆ ਜਾਵੇ, ਕੀ ਕੀਤਾ ਜਾਵੇ। ਹੁਣ ਅਸੀਂ ਮੰਨ ਲਓ ਇੰਨੀ ਮਿਹਨਤ ਕੀਤੀ ਆ ਜਾਂ ਕੁਛ ਵੀ ਆ, ਜੇ ਮੈਡਲ ਚੱਕ ਕੇ ਅਸੀਂ ਚੌਂਕ ਥੋੜ੍ਹੀ ਖਲੋਵਾਂਗੇ ਵੀ ਸਾਨੂੰ ਕੋਈ ਜੋਬ ਦਿਓ ਜਾਂ ਕੁਛ ਦਿਓ। ਇਹ ਤਾਂ ਸਰਕਾਰਾਂ ਨੂੰ ਚਾਹੀਦਾ ਨਾ ਕੋਈ ਪਲੇਟਫਾਰਮ ਤਿਆਰ ਕਰਨ ਸਾਡੇ ਲਈ, ਜਿਹੜੇ ਸਪੋਰਟਸਮੈਨ ਆ ਕੋਈ ਉਹਨੂੰ ਅੱਗੇ ਲੈ ਕੇ ਜਾਣ ਕਿਸੇ ਤਰ੍ਹਾਂ, ਪਰ ਕੁਛ ਵੀ ਹੈ ਨਹੀਂ ਜੋਬ ਵਗੈਰਾ ਕੁਛ। ਲੱਗਦਾ ਸਰਕਾਰੀ ਪੱਖ ਤੋਂ ਕਿਤੇ ਨਾ ਕਿਤੇ ਬਹੁਤ ਵੱਡੀਆਂ ਕਮੀਆਂ ਨੇ, ਨੌਜਵਾਨ ਅੱਗੇ ਨਹੀਂ ਆ ਪਾਉਂਦੇ। ਬਿਲਕੁਲ ਕਮੀ ਆ। ਤੁਸੀਂ ਦੇਖੋ ਹੁਣ ਜਿੰਨੇ ਜੋ ਪਲੇਅਰ ਆ, ਜੋ ਟੌਪ ਦੇ ਪਲੇਅਰ, ਉਹ ਗੈਂਗਸਟਰ ਬਣ ਰਹੇ ਆ ਜਾਂ ਨਸ਼ਿਆਂ 'ਚ ਜਾ ਰਹੇ। ਕਿਉਂ ਜਾ ਰਹੇ ਆ? ਉਹਨਾਂ ਨੂੰ ਕੋਈ ਮਿਲ ਨਹੀਂ ਰਿਹਾ, ਕੁਝ ਦਿਸਦਾ ਨਹੀਂ। ਅਤੇ ਵੈਸੇ ਮੇਰਾ ਪ੍ਰੋਫੈਸ਼ਨਲ ਵੀ ਮੇਰਾ ਸਪਲੀਮੈਂਟ ਸਟੋਰ ਵੀ ਹੈਗਾ, ਪਰ ਮੈਂ ਜਿਵੇਂ ਵੀ ਇਸ ਚੀਜ਼ ਦਾ ਮੈਂ ਕੋਈ ਕਿਸੇ ਤੋਂ ਚਾਰਜ ਨਹੀਂ ਕਰਦਾ। ਵੀ ਮੈਨੂੰ ਇਹ ਸ਼ੌਂਕ ਹੀ ਹੈ ਇੱਕ ਤਰ੍ਹਾਂ ਦਾ, ਵੀ ਕਿਸੇ ਨੂੰ ਦੱਸਣਾ ਉਹ ਚੰਗਾ ਲੱਗਦਾ। ਜਦੋਂ ਕੋਈ ਪੁੱਛਦਾ ਉਹਨੂੰ ਦੱਸੀਏ, ਉਹਨੂੰ ਗਾਈਡ ਕਰੀਏ, ਵਧੀਆ ਲੱਗਦਾ। ਇਹੀ ਸੋਚ ਕੇ ਮੈਂ ਕੀਤਾ ਵੀ ਚਲੋ ਉਹ ਸਪੋਰਟਸ ਬੰਦਾ ਵੀ ਉਹਨੇ ਥੋੜ੍ਹਾ ਬਹੁਤਾ ਸ਼ਾਇਦ ਉਹਦੇ ਮਾਈਂਡ 'ਚ ਹੋਊਗਾ ਨਾ ਕੋਈ ਚੀਜ਼, ਵੀ ਆਪਾਂ ਇਹ ਥੋੜ੍ਹੀ ਵੀ ਕੁਛ ਉਹਨੂੰ ਕਿ ਸਾਨੂੰ ਪੈਸੇ ਦਿਓ ਜਾਂ ਕੁਛ, ਸਾਨੂੰ ਇਸ ਵਿੱਚ ਅਗਲੇ ਲੈਵਲ ਤੱਕ ਸਾਨੂੰ ਲੈ ਜਾਓ। ਸਰਕਾਰ ਤੱਕ ਅਸੀਂ ਖੇਡਣਾ ਚਾਹੁੰਦੇ ਆ, ਪਰ ਕਿਸੇ ਕਿਸੇ ਸਾਨੂੰ ਪਤਾ ਹੀ ਨਹੀਂ ਵੀ ਕਿਹੜੇ ਬੰਦੇ ਨਾਲ ਗੱਲ ਕਿਹਨੂੰ ਕਰਨੀ, ਕਿਸੇ ਕੋਲ ਕਰੀਏ ਕੋਈ ਗੱਲ ਨਹੀਂ ਸੁਣਦਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਜੇਕਰ ਇਨਸਾਨ ਦੇ ਵਿੱਚ ਕੁਝ ਕਰ ਗੁਜ਼ਰਨ ਦੀ ਹਿੰਮਤ ਹੈ ਤਾਂ ਉਸ ਇਨਸਾਨ ਨੂੰ ਦੁਨੀਆ ਦੀ ਕੋਈ ਵੀ ਤਾਕਤ ਆਪਣੇ ਮੁਕਾਮ ਤੱਕ ਪਹੁੰਚਣ ਤੋਂ ਰੋਕ ਨਹੀਂ ਸਕਦੀ। ਫਿਰ ਚਾਹੇ ਉਹ ਸਰੀਰਕ ਤੌਰ ਦੇ ਉੱਤੇ ਕਿਸੇ ਕਮੀ ਦੇ ਨਾਲ ਹੀ ਕਿਉਂ ਨਾ ਜੂਝ ਰਿਹਾ ਹੋਵੇ, ਪਰ ਉਸਦੇ ਮਾਨਸਿਕ ਤੌਰ ਦੇ ਉੱਤੇ ਜਿਹੜੀ ਸ਼ਕਤੀ ਹੈ ਉਹ ਇੰਨੀ ਸਟਰੋਂਗ ਹੁੰਦੀ ਹੈ ਕਿ ਉਹ ਆਪਣੇ ਹਰ ਦਿਲ ਦੀ ਇੱਛਾ ਨੂੰ ਆਪਣੀ ਮਿਹਨਤ ਦੇ ਨਾਲ ਪੂਰੀ ਕਰ ਸਕਦਾ ਹੈ। ਅਤੇ ਅੱਜ ਅਜਿਹੀ ਇੱਕ ਉਦਾਹਰਨ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ, ਇੱਕ ਅਜਿਹੀ ਸ਼ਖਸੀਅਤ ਤੁਹਾਡੇ ਨਾਲ ਮਿਲਾਉਣ ਜਾ ਰਿਹਾ ਜਿਸ ਨੇ ਆਪਣੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਹਰਾ ਕੇ ਕਾਮਯਾਬੀ ਦਾ ਮੁਕਾਮ ਹਾਸਲ ਕੀਤਾ ਹੈ। ਸਾਡੇ ਨਾਲ ਨੇ ਬਾਈ ਜੀ, ਸਤਿ ਸ਼੍ਰੀ ਅਕਾਲ। ਰਮਨਦੀਪ ਸਿੰਘ ਜੀ ਨੇ, ਬੋਡੀ ਬਿਲਡਰ ਨੇ ਔਰ ਮਿਸਟਰ ਏਸ਼ੀਆ ਵੀ ਰਹੇ ਨੇ, ਗੋਲਡ ਮੈਡਲਿਸਟ ਨੇ। ਸਾਰੀ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਜ਼ਿੰਦਗੀ ਹੈ, ਕਿਸ ਤਰੀਕੇ ਬੋਡੀ ਬਿਲਡਿੰਗ ਦੇ ਨਾਲ ਇਹਨਾਂ ਦਾ ਪਿਆਰ ਪਿਆ। ਰਮਨ ਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਜਿਵੇਂ ਮੈਂ ਕਿਹਾ ਕਿ ਜ਼ਿੰਦਗੀ ਜਿਉਣਾ ਇੱਕ ਜਜ਼ਬਾ ਹੈ, ਇੱਕ ਜਨੂਨ ਹੈ। ਫਿਰ ਚੁਣੌਤੀ ਭਾਵੇਂ ਸਰੀਰਕ ਤੌਰ 'ਤੇ ਹੋਵੇ, ਚਾਹੇ ਭਾਵੇਂ ਆਰਥਿਕ ਤੌਰ ਦੇ ਉੱਤੇ ਹੋਵੇ, ਕਾਮਯਾਬੀ ਹਾਸਲ ਕੀਤੀ ਹੈ। ਮੈਂ ਥੋੜ੍ਹਾ ਜਿਹਾ ਤੁਹਾਡੇ ਬੈਕਗਰਾਊਂਡ ਦੇ ਬਾਰੇ ਜਾਣਨਾ ਚਾਹੂੰਗਾ। ਕਿਸ ਕੰਪੀਟੀਸ਼ਨ ਦੇ ਵਿੱਚ ਗਏ ਸੀਗੇ ਔਰ ਕੀ ਉੱਥੋਂ ਤੁਹਾਨੂੰ ਫਿਰ ਜਿਹੜਾ ਇਨਾਮ ਮਿਲਿਆ? ਕੰਪੀਟੀਸ਼ਨ ਐਕਚੁਅਲੀ ਮੈਂ ਪੰਜਾਬ ਲੈਵਲ 'ਤੇ ਕਾਫੀ ਕਰ ਚੁੱਕਿਆ, ਅਤੇ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਸੀ ਮੇਰਾ ਇੱਕ ਉਹ ਹਰਮਿੰਦਰ ਦੁੱਲਵਾਲ ਭਾਜੀ ਨੇ ਕਰਵਾਇਆ ਸੀਗਾ, ਉੱਥੇ ਸਿੰਗਾਪੁਰ ਹੋਇਆ ਸੀਗਾ। ਅਤੇ ਪੈਸੀਫਿਕ 'ਚ ਏਸ਼ੀਆ ਪੈਸੀਫਿਕ ਚੈਂਪੀਅਨਸ਼ਿਪ ਸੀਗੀ। ਉਹਦੇ 'ਚ ਕੋਈ ਟੋਟਲ 146 ਕੰਟਰੀਜ਼ ਦੇ ਜਿਹੜੇ ਪਾਰਟੀਸਪੈਂਟ ਸੀਗੇ, ਅਤੇ ਉਹਦੇ ਵਿੱਚ ਮੇਰੀ ਕੈਟਾਗਰੀ ਦੇ ਵਿੱਚ ਜਿਹੜਾ ਗੋਲਡ ਮੈਡਲ ਪਿਆ ਸੀਗਾ। ਅੱਛਾ ਵੀਰ ਜੀ, ਇਹ ਕੀ ਦਿੱਕਤ ਕੀ ਹੈ, ਪ੍ਰੋਬਲਮ ਕੀ ਹੈਗੀ ਸਰੀਰ ਦੇ ਵਿੱਚ? ਪ੍ਰੋਬਲਮ ਐਕਚੁਅਲੀ ਜਿਵੇਂ ਪੇਰੈਂਟਸ ਦੱਸਦੇ ਆ ਕਿ 8-9 ਮਹੀਨੇ ਦਾ ਸੀਗਾ, ਅਤੇ ਉਹ ਬੁਖਾਰ ਹੋਇਆ ਸੀਗਾ। ਅਤੇ ਉਹਦੇ ਵਿੱਚ ਉਹ ਲੋਕਲ ਉਦੋਂ ਇੰਨੀ ਅਵੇਅਰਨੈਸ ਪਤਾ ਆਪਾਂ ਨੂੰ ਕਿੰਨਾ ਕੁ ਸੀ ਨਾ, ਅਤੇ ਉਹ ਡਾਕਟਰ ਨੇ ਇੰਜੈਕਸ਼ਨ ਲਗਾ ਤਾ, ਉਹਦਾ ਕੋਈ ਰਿਐਕਟ ਹੋ ਗਿਆ, ਅਤੇ ਉਹਦੇ ਕਰਕੇ ਇੱਕ ਰਾਈਟ ਲੈਗ ਜਿਹੜੀ ਮੇਰੀ ਉਹ ਬਿਲਕੁਲ ਹੀ ਕੰਮ ਨਹੀਂ ਕਰਦੀ, ਲੈਫਟ ਥੋੜ੍ਹੀ 70% ਕਰਦੀ ਆ। ਅੱਛਾ, ਮਤਲਬ ਇੱਕ ਲੈਗ ਤੁਹਾਡੀ ਬਿਲਕੁਲ ਜਿਹੜੀ ਭਾਰ ਨਹੀਂ ਚੱਲਦੀ? ਹਾਂ, ਨਾ ਦੇ ਬਰਾਬਰ ਹੀ ਆ। ਅੱਛਾ, ਹਾਂਜੀ। ਅਤੇ ਦੂਸਰੀ ਲੈਗ ਜਿਹੜੀ ਆ ਉਹ 50%, ਉਹਦੀ ਗਰੋਥ ਵੀ ਪ੍ਰੋਪਰ ਨਹੀਂ ਹੋਈ? ਮੋਰ ਦੈਨ 50% ਕਹਿ ਸਕਦੇ, ਮੀਨਸ ਕੰਮ ਵੀ ਜਿਵੇਂ ਡਰਾਈਵ ਵਗੈਰਾ ਕਰਨ 'ਚ ਥੋੜ੍ਹੀ ਹੈਲਪ ਮਿਲ ਜਾਂਦੀ ਹੈ। ਵੀਰੇ
ਬੇਸ਼ੱਕ ਪ੍ਰਮਾਤਮਾ ਕਹਿੰਦੇ ਬੰਦਾ ਜਿਹੜਾ ਹੈ ਮਾਨਸਿਕ ਤੌਰ ਦੇ ਉੱਤੇ ਅਪਾਹਜ ਨਹੀਂ ਹੋਣਾ ਚਾਹੀਦਾ, ਸਰੀਰਕ ਤੌਰ 'ਤੇ ਹੋਵੇ ਤਾਂ ਉਹ ਕਿਸੇ ਵੀ ਚੁਣੌਤੀ ਨੂੰ ਉਹ ਜਿਹੜਾ ਹਰਾ ਸਕਦਾ ਹੈ ਨਾ, ਉਸ ਦੇ ਉੱਤੇ ਉਸ ਨੂੰ ਸਰ ਕਰ ਸਕਦਾ ਹੈ। ਜਦੋਂ ਇਹ ਸਾਰਾ ਕੁਝ ਬਚਪਨ ਦੇ ਵਿੱਚ ਹੋ ਗਿਆ, ਫਿਰ ਬਚਪਨ ਕਿਵੇਂ ਅੱਗੇ ਵਧਿਆ, ਫਿਰ ਜਿਮਿੰਗ ਵੱਲ ਕਿਵੇਂ ਤੁਹਾਡਾ ਜਿਹੜਾ ਉਹ ਰੁਝਾਨ ਵਧਿਆ? ਬਚਪਨ 'ਚ ਤਾਂ ਚਲੋ ਜਿਵੇਂ ਨੋਰਮਲ ਹਰੇਕ ਬੱਚੇ ਦਾ ਹੁੰਦਾ ਨਾ, ਉਦੋਂ ਇੰਨੀ ਆਪਾਂ ਨੂੰ ਵੀ ਸਮਝ ਨਹੀਂ ਹੁੰਦੀ। ਉਸ ਤੋਂ ਬਾਅਦ ਜਿਵੇਂ ਆਫਟਰ ਪਲੱਸ 2 ਜਿਵੇਂ ਮੈਂ ਆਪਦੇ ਫਰੈਂਡਸ ਨਾਲ ਥੋੜ੍ਹਾ ਬਹੁਤਾ ਜਿਮ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕਰਤਾ। ਉੱਥੋਂ ਹੀ ਬਸ ਥੋੜ੍ਹਾ ਜਿਵੇਂ 6 ਮਹੀਨੇ ਬਾਅਦ ਥੋੜ੍ਹਾ ਰਿਜ਼ਲਟ ਮਿਲਣਾ ਸਟਾਰਟ ਹੋ ਗਿਆ, ਉਹਦਾ ਵਿੱਚ ਚਸਕਾਇਆ ਪੈ ਗਿਆ। ਕਰਦੇ ਅੱਜ ਇੱਥੋਂ ਤੱਕ ਵੀ 16-17 ਸਾਲ ਹੋ ਗਏ ਕੰਟੀਨਿਊ, ਦੇ ਵਿੱਚੋਂ ਥੋੜ੍ਹਾ ਗੈਪ ਵੀ ਪੈ ਜਾਂਦਾ ਹੈ। ਜਿਵੇਂ ਸਟੱਡੀ ਵੀ ਕੰਪਲੀਟ ਕੀਤੀ ਇਨ ਬਿਟਵੀਨ ਆਪਦੀ, ਬਟ ਜਿਮ ਨਹੀਂ ਛੱਡਿਆ ਉਹਦਾ, ਮੈਂ ਉਹ ਟਾਈਮ ਕਿਸੇ ਨਾ ਕਿਸੇ ਤਰ੍ਹਾਂ ਕੱਢ ਹੀ ਲਈਦਾ। ਅੱਛਾ, ਹੁਣ ਜਿਹੜੀ ਜਿਮਿੰਗ ਤੁਸੀਂ ਇਹ ਲਾਈਨ ਚੁਣੀ ਹੈ, ਬੜੀ ਇਹ ਜ਼ੋਰ ਵਾਲੀ ਲਾਈਨ ਹੈ। ਜਦੋਂ ਇਸ ਪਾਸੇ ਜਦੋਂ ਤੁਸੀਂ ਦੱਸਦੇ ਹੋ ਕਿ ਰੁਝਾਨ ਵਧਿਆ, ਜਾਂ ਜਿਸ ਤਰੀਕੇ ਦੇ ਨਾਲ ਇਹ ਪਹਿਲੇ ਦਿਨ ਜਦੋਂ ਜਿਮ ਗਏ ਹੋਵੋਗੇ, ਉਦੋਂ ਮਾਈਂਡ 'ਤੇ ਕੁਝ ਯਾਦ ਹੈ ਵੀ ਕਿਸ ਤਰੀਕੇ ਦਾ ਉਦੋਂ ਮਾਈਂਡ ਦੇ ਵਿੱਚ ਸੀਗਾ, ਔਰ ਇੰਨੀ ਟਫ, ਇੰਨੀ ਔਖੀ, ਇੰਨੀ ਜ਼ੋਰ ਵਾਲੀ ਲਾਈਨ ਤੁਸੀਂ ਫੜ ਲਈ? ਉਦੋਂ ਜਿਵੇਂ ਅੱਜ ਤੋਂ 16-17 ਸਾਲ ਪਹਿਲਾਂ ਗੱਲ ਹੈ, ਇੰਨੀ ਜਿਮ ਅਪਡੇਟਡ ਨਹੀਂ ਸੀਗੇ, ਨੋਰਮਲ ਸੀਗੇ ਨਾ, ਜਿਵੇਂ ਪਿੰਡਾਂ 'ਚ ਹੁੰਦੇ ਆ ਉਹ ਹੁੰਦੇ ਆ। ਅਤੇ ਉਦੋਂ ਜਿਵੇਂ ਬਸ ਵੀ ਦੇਖ ਕੇ ਆ ਜਾਣਾ, ਲਾਉਂਦਿਆਂ ਕਰਦਿਆਂ ਇੱਕ ਅੱਧੀ ਮਸ਼ੀਨ ਲਾ ਲਈ, ਦੇਖ ਲਿਆ, ਅਤੇ ਹੌਲੀ ਹੌਲੀ ਜਿਵੇਂ ਯਾਰ ਦੋਸਤ ਮਿਲਦੇ ਗਏ, ਉਹਨਾਂ ਨੇ ਗਾਈਡ ਕੀਤਾ, ਥੋੜ੍ਹਾ ਕੋਚ ਸਾਡੇ ਵਧੀਆ ਸੀਗੇ, ਉਹਨਾਂ ਨੇ ਗਾਈਡ ਕੀਤਾ। ਫਿਰ ਡਾਈਟ ਵਗੈਰਾ ਦਾ ਉਹਨਾਂ ਨੇ ਦੱਸ ਦੇਣਾ ਕੀ ਆ, ਅਤੇ ਉਹ ਬਸ ਕੜੀ ਨਾ ਕੜੀ ਜੁੜਦੀ ਗਈ ਅਤੇ ਠੀਕ ਚੱਲੀ ਗਿਆ। ਅੱਛਾ, ਡਾਈਟ ਦੇ ਵਿੱਚ ਕੀ ਲੈਂਦੇ ਹੋ? ਡਾਈਟ ਮੇਰੀ ਜ਼ਿਆਦਾ ਵੈਜ ਹੀ ਆ ਵੈਸੇ ਤਾਂ, ਅਤੇ ਡਾਈਟ ਜਿਵੇਂ ਐਗਸ ਵਗੈਰਾ ਚਲੋ ਲੈ ਲਈਦੇ ਆ, ਗਰਮੀ ਕਰਕੇ ਥੋੜ੍ਹਾ ਜਿਵੇਂ ਜ਼ਿਆਦਾ ਹੋਣਾ ਇਸ ਟਾਈਮ ਲਿਕੁਇਡ ਆ, ਫਰੂਟਸ ਆ ਜ਼ਿਆਦਾ, ਇਹੀ ਆ। ਬਾਕੀ ਜਿਵੇਂ ਦੁੱਧ, ਦਹੀਂ, ਲੱਸੀ, ਦੇਸੀ ਘਿਓ ਵੀ ਸਾਰਾ ਕੁਛ ਵੀ ਚੱਲਦਾ, ਦੇਸੀ ਡਾਈਟ ਵੀ ਚੱਲਦੀ ਆ, ਨਾਲ ਸਪਲੀਮੈਂਟਸ ਵੀ ਚੱਲਦੇ ਆ। ਅੱਛਾ ਵੀਰੇ, ਕਦੀ ਮਨ ਡੁੱਲਿਆ ਤਾਂ ਨਹੀਂ ਸੀਗਾ ਵੀ ਮੈਂ ਜਿਸ ਤਰੀਕੇ ਦੀ, ਚਲੋ ਮੈਂ ਵਾਰ-ਵਾਰ ਇਹੀ ਕਹਿ ਰਿਹਾ ਵੀ ਬੰਦਾ ਮਾਨਸਿਕ ਤੌਰ ਦੇ ਉੱਤੇ ਤੰਦਰੁਸਤ ਹੋਣਾ ਚਾਹੀਦਾ, ਸਰੀਰਕ ਤੌਰ ਦੇ ਉੱਤੇ ਉਹ ਕਿਸੇ ਵੀ ਚੀਜ਼ ਨੂੰ ਉਹ ਅਸਰ ਕਰ ਸਕਦਾ ਹੈ। ਕਈ ਸਮ ਟਾਈਮ ਆ ਵੀ ਜਾਂਦਾ, ਕਈ ਵਾਰੀ ਕੋਈ ਨੈਗੇਟਿਵ ਥੋਟਸ ਆ ਜਾਂਦੇ ਆ, ਕੋਈ ਕਿਸੇ ਨੂੰ ਵੇਖ ਕੇ ਜਾਂ ਕਈ ਵਾਰ ਹੋ ਜਾਂਦਾ ਨਾ, ਅਤੇ ਬਟ ਹੈਵੀ ਨਹੀਂ ਹੋਣ ਦਿੱਤਾ ਉਹਦੇ ਆਪ 'ਤੇ ਕਦੇ ਨਾ ਕਦੇ, ਵੀ ਉਸ ਚੀਜ਼ 'ਚੋਂ ਨਿਕਲ ਕੇ ਆਪਦਾ ਪੋਜ਼ੀਟਿਵ ਲਾਈਨ ਹੀ ਚੂਜ਼ ਕੀਤੀ ਹਮੇਸ਼ਾ। ਅੱਛਾ, ਨਾਲ ਫਿਰ ਹੁਣ ਜਿਮਿੰਗ ਲਾਈਨ ਦੇ ਵਿੱਚ ਹੀ ਹੋ ਜਾਂ ਕੋਈ ਹੋਰ ਕਾਰੋਬਾਰ ਵੀ ਕਰਦੇ? ਨਹੀਂ, ਹੋਰ ਕਾਰੋਬਾਰ ਵੀ ਆ ਮੇਰੇ, ਰੈਸਟੋਰੈਂਟਸ ਐਂਡ ਕੋਚਿੰਗ ਸੈਂਟਰ ਵੀ ਆ ਮੇਰੇ, ਅਤੇ ਜਿਮ ਤਾਂ ਮੈਂ ਵੀ ਐਜ਼ ਪ੍ਰੋਫੈਸ਼ਨਲੀ ਨਹੀਂ ਮੈਂ ਚੂਜ਼ ਕੀਤਾ, ਬਸ ਸ਼ੌਂਕ ਹੀ ਆ। ਇਹ ਲੋਕਾਂ ਦੇ ਲਈ ਇੱਕ ਬਹੁਤ ਮੈਸੇਜ ਵਧੀਆ ਵੀ ਹੈਗਾ। ਡੋਲੇ ਦਾ ਸਾਈਜ਼ ਕੀ ਹੈ ਬਾਈ ਤੁਹਾਡੇ? ਡੋਲਾ ਮੇਰਾ 18.2, ਜਦੋਂ ਮੈਂ ਮਤਲਬ ਕੰਪੀਟੀਸ਼ਨ ਕੀਤਾ ਸੀ, ਉਸ ਤੋਂ ਬਾਅਦ ਮੇਰੀ ਇੱਕ ਸਰਜਰੀ ਹੋਈ ਸੀ, ਉਦੋਂ ਕਾਫੀ ਮੈਂ ਵੀਕ ਚਲਾ ਗਿਆ ਸੀ, ਬੈੱਡ ਰੈਸਟ ਮੇਰੀ, ਅਤੇ ਮਤਲਬ ਪੀਕ ਮੇਰਾ 18 18.5 ਦੇ ਹੈਗਾ। ਅੱਛਾ, ਜਦੋਂ ਬਾਈ ਜੀ ਤੁਸੀਂ ਪਹਿਲੇ ਦਿਨ ਜਿਮ ਗਏ ਹੋਵੋਗੇ, ਆਲੇ ਦੁਆਲੇ ਦਾ ਕੀ ਰਿਐਕਸ਼ਨ ਸੀਗਾ, ਫੈਮਿਲੀ ਦਾ ਰਿਐਕਸ਼ਨ ਕੀ ਸੀਗਾ? ਕਿਉਂਕਿ ਸੁਭਾਵਿਕ ਤੌਰ ਦੇ ਉੱਤੇ ਕਈ ਵਾਰ ਸਾਡੇ ਸਮਾਜ ਦੇ ਵਿੱਚ ਸਾਰੇ ਨਹੀਂ ਹੈ ਇੱਦਾਂ ਦੇ, ਪਰ ਕੁਝ ਲੋਕ ਇੱਦਾਂ ਆਉਂਦੇ ਵੀ ਯਾਰ ਇਹਨੇ ਕੀ ਜਿਮ ਕਰਨਾ ਹੈ, ਜੇ ਇਹਨੇ ਕੀ ਜ਼ੋਰ ਲਾਉਣਾ ਉੱਥੇ। ਉਦੋਂ ਰਿਐਕਸ਼ਨ ਕਿੱਦਾਂ ਦਾ ਸੀਗਾ ਆਲੇ ਦੁਆਲੇ ਦਾ, ਦੋਸਤਾਂ ਮਿੱਤਰਾਂ ਦਾ, ਫੈਮਿਲੀ ਦਾ? ਹਰ ਤਰ੍ਹਾਂ ਦੇ ਲੋਕ ਮਿਲਦੇ ਆਪਾਂ ਜਿੱਥੇ ਕਿਤੇ ਜਾਂਦੇ ਆ ਨਾ, ਉਦੋਂ ਵੀ ਲੋਕਾਂ ਨੂੰ ਇਹ ਲੱਗਦਾ ਹੋਊ ਵੀ ਕਿਹੜੇ ਚੱਕਰਾਂ 'ਚ ਪਏ ਜਾਣਾ, ਕੀ ਇਹਨਾਂ ਨੂੰ ਇਹ ਮਤਲਬ ਹੁਣ ਤੱਕ ਬਹੁਤ ਸਾਲ ਹੋ ਗਏ ਇਹ ਚੀਜ਼ਾਂ ਯਾਦ ਨਹੀਂ। ਅੱਜ ਤਾਂ ਜਿਵੇਂ ਮੁੰਡੇ ਵੇਖ ਕੇ ਕਾਪੀ ਕਰਦੇ ਆ, ਪਰ ਉਦੋਂ ਉਹਨਾਂ ਨੂੰ ਐਂ ਲੱਗਦਾ ਹੋਊਗਾ ਵੀ ਯਾਰ ਇਹ ਕਿਹੜੇ ਚੱਕਰਾਂ 'ਚ ਪਏ, ਇਹਨਾਂ ਤੋਂ ਕਿੱਥੇ ਹੋਣਾ ਨਾ। ਅੱਜ ਹੁਣ ਉਹੀ ਮੁੰਡੇ ਕਈ ਸਮ ਟਾਈਮ ਜਿਹੜੇ ਮੇਰੇ ਨਾਲ ਉਸ ਟਾਈਮ ਲੱਗੇ ਸੀ, ਅੱਜ ਉਹੀ ਮੁੰਡੇ ਜਿਹੜੇ ਪੁੱਛ ਕੇ ਲਾਉਂਦੇ ਆ। ਅੱਛਾ, ਲੋਕ ਹੁਣ ਥੋੜ੍ਹੇ ਪ੍ਰਭਾਵਿਤ ਵੀ ਹੋਏ ਹੋਣਗੇ। ਬਿਲਕੁਲ ਵੀ ਉਹਨਾਂ ਨੂੰ ਕੋਈ ਚੀਜ਼, ਕੋਈ ਪ੍ਰੋਬਲਮ ਆਉਂਦੀ ਹੈ, ਪੁੱਛ ਲੈਂਦੇ ਆ, ਤਾਂ ਆਪਾਂ ਵੀ ਐਜ਼ ਅ ਬ੍ਰਦਰ ਸਾਰਿਆਂ ਨੂੰ ਗਾਈਡ ਕਰੀਦਾ, ਜਿੰਨੇ ਕੁ ਜੋਗੇ ਆਪਾਂ ਹੈਗੇ ਦੱਸੀਦਾ ਸਾਰਿਆਂ ਨੂੰ। ਅੱਛਾ, ਮਨ ਨੂੰ ਸੰਤੁਸ਼ਟੀ ਹੈਗੀ ਹੈ? ਬਿਲਕੁਲ ਸੈਟਿਸਫਾਈਡ ਹਾਂ, ਜੋ ਪਰਮਾਤਮਾ ਨੇ ਦਿੱਤਾ ਬਹੁਤ ਵਧੀਆ ਹੈ। ਜਿਮ ਦਾ ਫਿਰ ਟਾਈਮਿੰਗ ਕੀ ਰਹਿੰਦੀ ਹੈ, ਕਿੰਨੇ ਘੰਟੇ ਫਿਰ ਪ੍ਰੈਕਟਿਸ ਰੋਜ਼ ਕਰਦੇ ਹੋ? ਕੋਈ 1.5-2 ਘੰਟੇ ਮੇਰੀ ਹੋ ਹੀ ਜਾਂਦੀ, ਮੋਰਨਿੰਗ ਟਾਈਮਿੰਗ ਹੈ ਮੇਰੀ, 9 to 10 ਵੀ ਹੋ ਜਾਂਦੀ, 11 ਵੀ ਹੋ ਜਾਂਦੀ ਆ, ਬਸ ਸਕੈਜੂਲ 'ਤੇ ਡਿਪੈਂਡ ਕਰਦਾ ਕਿ ਕਿਹੜੀ ਕੀ ਵਰਕਆਊਟ ਅੱਜ। ਅੱਛਾ, ਸਪੈਸ਼ਲ ਡਾਈਟ ਫਿਰ? ਸਪੈਸ਼ਲ ਬਸ ਵੇ ਪ੍ਰੋਟੀਨ ਵਗੈਰਾ ਹੀ ਆ ਮੇਰਾ, ਕੋਈ ਮਤਲਬ ਕੋਈ ਜ਼ਿਆਦਾ ਖਾਸ ਨਹੀਂ। ਅਤੇ ਜਿਵੇਂ BCA ਵਗੈਰਾ ਹੋ ਗਿਆ, ਗਲੂਟਾਮਾਈਨ ਹੋ ਗਿਆ, ਬਸ ਇਹੀ ਨੋਰਮਲ ਚੀਜ਼ਾਂ ਹੀ ਆ। ਕਹਿੰਦੇ ਜਦੋਂ ਤੁਸੀਂ ਮਿਸਟਰ ਏਸ਼ੀਆ ਬਣੇ ਪੈਸੀਫਿਕ, ਜਿਹੜਾ ਤੁਸੀਂ ਕੰਪੀਟੀਸ਼ਨ ਦਾ ਗੱਲ ਕਰ ਰਹੇ ਹੋ, 골ਡ ਮੈਡਲ ਉੱਥੋਂ ਜਾ ਕੇ ਜਿੱਤਿਆ, ਪਰ ਕਹਿੰਦੇ ਉੱਥੇ ਤੱਕ ਪਹੁੰਚਣਾ ਤੁਹਾਡੇ ਲਈ ਬੜੀ ਇੱਕ ਚੁਣੌਤੀ ਭਰਿਆ ਸੀਗਾ। ਕਿਵੇਂ ਉਸ ਕੰਪੀਟੀਸ਼ਨ ਤੱਕ ਪਹੁੰਚੇ ਸੀਗੇ? ਕਿੱਥੇ ਕੰਪੀਟੀਸ਼ਨ ਹੋਇਆ ਸੀਗਾ? ਉਹ ਐਕਚੁਅਲੀ ਸਿੰਗਾਪੁਰ ਹੀ ਹੋਇਆ ਸੀਗਾ। ਉਦੋਂ ਮਤਲਬ ਜਿਸ ਟਾਈਮ ਮੇਰੀ ਐਂਟਰੀ ਸੀਗੀ, ਉਸ ਟਾਈਮ 에ਅਰਪੋਰਟ 'ਤੇ ਬੈਠਾ ਸੀ, ਜਦੋਂ ਐਂਟਰੀ ਹੋ ਰਹੀਆਂ ਸੀ ਉਹਨਾਂ ਦੀਆਂ, ਮੇਰੇ ਨਾਲ ਦਿਆਂ ਦੀਆਂ, ਕਿਉਂਕਿ ਮੇਰੀ ਫਲਾਈਟ ਕੈਂਸਲ ਹੋ ਗਈ ਸੀ ਕਿਸੇ ਰੀਜ਼ਨ ਕਰਕੇ। ਉਹ ਫਲਾਈਟ ਕੈਂਸਲ ਹੋਣ ਕਰਕੇ ਮੈਂ ਕੋਈ ਜਦੋਂ 8 ਵਜੇ ਕੰਪੀਟੀਸ਼ਨ ਸਟਾਰਟ ਸੀਗਾ, ਅਤੇ ਮੈਂ 5 ਵਜੇ ਲੈਂਡ ਕੀਤਾ ਸੀ। 5 ਵਜੇ ਮੈਂ ਲੈਂਡ ਕਰਕੇ ਹੋਟਲ ਗਿਆ, ਉਹਦਾ ਸਮਾਨ ਜਿਵੇਂ ਹੀ ਸੱਟ ਕੇ ਸਿਰਫ ਸਿੱਧਾ ਮੈਂ ਉੱਥੇ ਆਪਦਾ ਪਹੁੰਚ ਗਿਆ। ਮਤਲਬ ਟਾਈਮ ਹੀ ਨਹੀਂ ਮਿਲਿਆ ਮੈਨੂੰ ਪ੍ਰੈਪਰੇਸ਼ਨ ਦਾ ਜਾਂ ਖਾਣ ਪੀਣ ਦਾ ਕੁਛ ਵੀ। ਮਤਲਬ ਕੋਈ ਇੱਦਾਂ ਸੀ ਜੋ ਮੈਨੂੰ ਕੋਈ ਫੜ ਕੇ ਰੋਕ ਰਿਹਾ ਵੀ ਤੈਨੂੰ ਪਹੁੰਚਣ ਨਹੀਂ ਦੇਣਾ, ਬਸ ਵੀ ਉਹ ਇੰਨੀਆਂ ਕੁ ਮੁਸ਼ਕਲਾਂ ਆਈਆਂ ਇੱਥੋਂ ਦਿੱਲੀ ਤੋਂ ਲੈ ਕੇ ਮੈਨੂੰ ਸਿੰਗਾਪੁਰ ਤੱਕ। ਅਤੇ ਪਰ ਕਿਸੇ ਨਾ ਕਿਸੇ ਤਰ੍ਹਾਂ ਚਲੋ ਪਹੁੰਚ ਗਏ, ਅਤੇ ਜਾਂਦੇ ਹੀ ਜਦੋਂ ਅਨਾਊਂਸ ਹੋਇਆ 골ਡ ਮੈਡਲ ਉਹਦਾ ਮਿਲ ਗਿਆ, ਅਤੇ ਉਹ ਫਿਰ ਸਾਰੀ ਚੀਜ਼ਾਂ ਜਿਵੇਂ ਭੁੱਲ ਗਈਆਂ ਗੱਲ। ਉਦੋਂ ਫਿਰ ਕਿੱਦਾਂ ਦਾ ਮਾਹੌਲ ਸੀਗਾ ਜਦੋਂ ਕੋਈ ਸੋਚਿਆ ਸੀਗਾ ਵੀ ਮੈਂ 골ਡ ਮੈਡਲ ਲੈ ਕੇ ਆਊਂਗਾ? ਵੀ ਸੋਚਿਆ ਤਾਂ ਨਹੀਂ, ਚਲੋ ਮੇਰਾ ਪਹਿਲਾ ਕੰਪੀਟੀਸ਼ਨ ਸੀਗਾ ਇੰਟਰਨੈਸ਼ਨਲ ਦਾ, ਅਤੇ ਪਰ ਚਲੋ ਮੈਂ ਭਾਜੀ ਨੇ ਕਾਫੀ ਮੈਨੂੰ ਬੂਸਟ ਕੀਤਾ, ਨਾਲ ਸੀ ਮੇਰੇ, ਜਿੱਥੇ ਮੈਂ ਇਕੱਲਾ ਸੀ ਮੇਰੇ ਨਾਲ ਆ ਕੇ ਖੜ੍ਹਦੇ ਸੀਗੇ। ਅਤੇ ਪਰ ਜਦੋਂ ਆਪਦੀ ਪਰਫੋਰਮ ਕੀਤਾ, ਪਰਫੋਰਮ ਕਰਨ ਤੋਂ ਬਾਅਦ ਬੈਕ ਸਟੇਜ ਆ ਕੇ ਜਦੋਂ ਉਹਨਾਂ ਨੇ ਨਾਂ ਬੋਲਿਆ, ਫਿਰ ਉਹ
ਚੀਜ਼ ਪਤਾ ਹੀ ਆ, ਖੁਸ਼ੀ ਆਪਾਂ ਨੂੰ ਕਿਹੋ ਜਿਹੀ ਹੁੰਦੀ ਆ। ਬਾਹਰ ਮੇਰੇ ਪੇਰੈਂਟਸ ਨੂੰ ਐਂਟਰੀ ਨਹੀਂ ਸੀ ਮਿਲੀ ਕਿਸੇ ਰੀਜ਼ਨ ਕਰਕੇ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਉਹ ਬਾਹਰ ਬੈਠੇ ਸੀ। ਫਿਰ ਜਦੋਂ ਮੈਂ ਬਾਹਰ ਜਾ ਕੇ ਦੱਸਿਆ ਤਾਂ ਉਹ ਸਾਰੇ ਇਮੋਸ਼ਨਲੀ ਸੀਗੇ। ਅੱਛਾ, ਜਿਵੇਂ ਬਾਈ ਜੀ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਤਾਂ ਆਉਂਦੀਆਂ ਹੀ ਨੇ ਇਨਸਾਨ ਨੂੰ। ਤੁਹਾਡੀ ਜ਼ਿੰਦਗੀ ਕਿੱਦਾਂ ਦੀ ਰਹੀ ਹੈ? ਕਿਸ ਤਰੀਕੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ? ਕਿਸ ਤਰੀਕੇ ਦੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ? ਚਾਹੇ ਜਿਮਿੰਗ ਨੂੰ ਕਹਿ ਲਈਏ, ਚਾਹੇ ਆਪਾਂ ਸਧਾਰਨ ਜਿਹੜੀ ਜ਼ਿੰਦਗੀ ਜਿਉਂਦੇ ਹਾਂ ਉਹਦੇ ਵਿੱਚ ਕਿੱਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਸੀ? ਮੁਸ਼ਕਲਾਂ ਜਿਵੇਂ ਹੁਣ ਮੇਨ ਜਿਵੇਂ ਟਰੈਵਲਿੰਗ ਦੀ ਸੀ ਪਹਿਲਾਂ, ਹੈ ਨਾ। ਸਕੂਲ ਟਾਈਮ ਮੇਰੇ ਬ੍ਰਦਰ ਨੇ ਛੱਡ ਆਉਣਾ, ਲੈ ਆਉਣਾ, ਜਾਂ ਕੋਈ ਇੱਦਾਂ ਦੀ ਸੀ, ਯਾਰ ਦੋਸਤਾਂ ਨੇ ਬਹੁਤ ਸਪੋਰਟ ਕੀਤਾ ਅਤੇ ਮਤਲਬ ਕੁਝ ਇੱਦਾਂ ਕੰਮ ਰੁਕਿਆ ਨਹੀਂ। ਪ੍ਰੋਬਲਮਸ ਆਉਂਦੀਆਂ ਸੀ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੋਲਵ ਕਰਕੇ ਅੱਗੇ ਵੱਧਦੇ ਗਏ। ਜਿਮ ਦੇ ਵਿੱਚ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਕਾਫੀ ਮੇਰੇ ਨਾਲ, ਚਲੋ ਉਹਨਾਂ ਨੇ ਬਹੁਤ ਸਪੋਰਟ ਕੀਤੀ। ਅੱਜ ਕਈ ਬਾਹਰ ਚਲੇ ਗਏ, ਕਈ ਹੈਗੇ ਨਾਲ ਵੀ ਆ, ਅਤੇ ਮਤਲਬ ਕਿਸੇ ਦੇ ਨਾਲ ਹੁਣ ਮੈਂ ਇਸ ਟਾਈਮ ਜਿਵੇਂ ਕੋਈ ਮੈਂ ਕਦੇ ਸਾਥ ਜਿਹਾ ਨਹੀਂ ਲੱਭਿਆ ਵੀ ਜਿਮ ਲਾਉਣ ਨੂੰ ਕੋਈ ਹੋਊਗਾ ਮੈਂ ਫੇਰ ਹੀ ਲਾਉਣਾ ਨਾ। ਅਤੇ ਹੁਣ ਇਕੱਲੇ ਵੀ ਲਾ ਲਈ ਦੀ ਆ, ਮਤਲਬ ਉਹ ਯਾਰਾਂ ਦੋਸਤਾਂ ਅਤੇ ਫੈਮਿਲੀ ਦੇ ਸਿਰ 'ਤੇ ਹੀ ਆ। ਕਦੇ ਟੀਚਰ ਵੀ ਮਾਰਦੇ ਸੀ ਲੋਕ ਇਸ ਚੀਜ਼ ਨੂੰ ਲੈ ਕੇ? ਸਟਾਰਟਿੰਗ 'ਚ ਤੁਹਾਨੂੰ ਦੱਸਿਆ ਵੀ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆ ਹਰ ਇੱਕ ਫੀਲਡ ਦੇ ਵਿੱਚ। ਆਪਾਂ ਜਾਈਏ, ਕੋਈ ਮੋਟੀਵੇਟ ਵਾਲੇ ਵੀ ਹੁੰਦੇ ਆ, ਕਿ ਡੀਮੋਟੀਵੇਟ ਵਾਲੇ ਵੀ ਹੁੰਦੇ ਆ, ਅਤੇ ਪਰ ਆਪਾਂ ਨੂੰ ਮੈਂ ਆਪਦੀ ਪੋਜ਼ੀਟਿਵ ਛੱਡੀ ਨਹੀਂ। ਜਿਹੜੀ ਵੀ ਚੀਜ਼ ਸੀ ਉਹਨੂੰ ਫੋਲੋ ਕਰੀ ਗਏ ਆਪਾਂ। ਅੱਛਾ, ਨੌਕਰੀ ਦਾ ਕਦੀ ਕੁਛ ਇਸ ਚੀਜ਼ ਦਾ ਕਦੀ ਕੋਈ ਬੈਨੀਫਿਟ ਮਿਲਿਆ? ਸਰਕਾਰ ਦੇ ਪੱਖੋਂ ਕੋਈ ਮਦਦ ਮਿਲੀ ਕਦੀ? ਸਰਕਾਰਾਂ ਦਾ ਤੁਹਾਨੂੰ ਇੰਡੀਆ 'ਚ ਪਤਾ ਹੀ ਆ ਕੀ ਇਹਨਾਂ ਦਾ, ਇਹ ਤਾਂ ਬਸ ਆਪਦੇ ਵੋਟਾਂ ਖਾਤਰ ਹੀ ਉਹ ਕਰਦੇ ਆ। ਪਰ ਹੁਣ ਕੋਈ ਮਤਲਬ ਇਸ ਟਾਈਮ ਕੋਈ ਪਲੇਟਫਾਰਮ ਹੀ ਨਹੀਂ ਹੈਗਾ ਸਾਡੇ ਪੰਜਾਬ ਦੇ ਵਿੱਚ। ਗੱਲ ਕੀਤੀ ਜਾਵੇ ਜਿਹੜੇ ਬੋਡੀ ਬਿਲਡਰ ਆ, ਹੋਰ ਬਹੁਤ ਮੁੰਡੇ ਜਿਹੜੇ ਰੁਲਦੇ ਫਿਰਦੇ, ਜਿਨ੍ਹਾਂ ਨੇ ਗੋਲਡ ਮੈਡਲ ਤੁਸੀਂ ਦੇਖੇ ਜੇ ਕੀ ਹੁੰਦਾ ਪਿਆ। ਕੋਈ ਪਲੇਟਫਾਰਮ ਹੀ ਹੈ ਨਹੀਂ ਵੀ ਕਿੱਥੇ ਜਾ ਕੇ ਕਿਹਨੂੰ ਮਿਲਿਆ ਜਾਵੇ, ਕੀ ਕੀਤਾ ਜਾਵੇ। ਹੁਣ ਅਸੀਂ ਮੰਨ ਲਓ ਇੰਨੀ ਮਿਹਨਤ ਕੀਤੀ ਆ ਜਾਂ ਕੁਛ ਵੀ ਆ, ਜੇ ਮੈਡਲ ਚੱਕ ਕੇ ਅਸੀਂ ਚੌਂਕ ਹੀ ਥੋੜ੍ਹੀ ਖਲੋਵਾਂਗੇ ਵੀ ਸਾਨੂੰ ਕੋਈ ਜੋਬ ਦਿਓ ਜਾਂ ਕੁਛ ਦਿਓ। ਇਹ ਤਾਂ ਸਰਕਾਰਾਂ ਨੂੰ ਚਾਹੀਦਾ ਨਾ ਕੋਈ ਪਲੇਟਫਾਰਮ ਤਿਆਰ ਕਰਨ ਸਾਡੇ ਲਈ, ਜਿਹੜੇ ਸਪੋਰਟਸਮੈਨ ਆ ਕੋਈ ਉਹਨੂੰ ਅੱਗੇ ਲੈ ਕੇ ਜਾਣ ਕਿਸੇ ਤਰ੍ਹਾਂ। ਪਰ ਕੁਛ ਵੀ ਹੈ ਨਹੀਂ, ਜੋਬ ਵਗੈਰਾ ਕੁਛ। ਨਹੀਂ, ਤੁਸੀਂ ਦੱਸ ਰਹੇ ਸੀਗੇ ਮੈਂ ਕਿਸੇ MLA ਨੂੰ ਵੀ ਮਿਲਿਆ, ਕੋਸ਼ਿਸ਼ ਵੀ ਕੀਤੀ ਵੀ ਚਲੋ ਸਟਾਰਟਿੰਗ ਦੇ ਵਿੱਚ ਮੇਰਾ ਗੋਲਡ ਮੈਡਲ ਆਇਆ, ਘੱਟੋ ਘੱਟ ਮੈਂ ਮੈਡਲ ਹੀ ਦਿਖਾ ਕੇ ਆਵਾਂ ਵੀ ਨੌਕਰੀ ਤਾਂ ਮਿਲਣੀ ਬਾਅਦ ਦੀ ਗੱਲ ਹੈ। ਉਹ ਜਿਵੇਂ ਫੈਮਿਲੀ ਹੁੰਦੇ ਆ ਨਾ, ਤੁਸੀਂ ਜਾਓ ਮਿਲ ਕੇ ਆਓ, ਫੈਮਿਲੀ ਨੇ ਥੋੜ੍ਹਾ ਪ੍ਰੈਸ਼ਰਾਈਜ਼ ਕੀਤਾ। ਚਲੋ ਮੈਂ ਗਿਆ 2 ਵਾਰੀ, ਮੈਂ ਉਹਦੇ ਉਹਨਾਂ ਨੇ ਡਾਕੂਮੈਂਟਸ ਲੈ ਆਓ, ਆਹ ਲੈ ਆਓ, ਉਹ ਲੈ ਆਓ, ਵੀ ਮਤਲਬ ਲਾਰਿਆਂ ਵਾਲਾ ਕੰਮ ਸੀਗਾ। ਜੋ 2-3 ਵਾਰੀ ਗਿਆ ਮੈਨੂੰ ਪਤਾ ਲੱਗ ਗਿਆ ਵੀ ਇਹ ਕੁਛ ਇੱਥੋਂ ਕੱਢਣ ਪਾਉਣ ਨੂੰ ਹੈ ਨਹੀਂ। ਮੌਜੂਦਾ MLA ਸੀ ਉਦੋਂ? ਮੌਜੂਦਾ MLA ਹੁਣ ਵੀ ਮੌਜੂਦਾ ਹੀ ਆ। ਅੱਛਾ, ਹਾਂਜੀ, ਉਹਨਾਂ ਨੇ ਚਲੋ ਆਪਦਾ ਜੋ ਵੀ ਸਰ, ਜਦੋਂ ਮੈਂ ਉੱਥੇ ਗਿਆ ਮੈਨੂੰ ਕੀਤਾ ਉਹਨਾਂ ਨੇ, ਮੇਰਾ ਜੋ ਮਾਣ ਸਤਿਕਾਰ ਕਰਦੇ ਹਨ। ਪਰ ਇਕੱਲੇ ਟਰੋਫੀ ਨਾਲ ਕਹਿ ਲਓ ਲਾਈਫ ਨਹੀਂ ਨਾ ਚੱਲਦੀ। ਅਤੇ ਕੋਈ ਉਹਨਾਂ ਨੇ ਮਤਲਬ ਕੋਈ ਸਪੋਰਟ ਕੋਈ ਨਹੀਂ ਇਸ ਲਾਈਨ ਦੇ ਵਿੱਚ ਹੁੰਦੀ। ਤਾਂ ਨਾ ਹੀ ਆਪਾਂ ਹੁਣ ਮੈਂ ਕੋਈ ਮੰਗਦੇ ਵੀ ਨਹੀਂ, ਕਿਉਂਕਿ ਇਹ ਭੀਖ ਮੰਗਣ ਵਾਲਾ ਕੰਮ ਆ, ਉਹ ਆਪਾਂ ਕਰਨਾ ਨਹੀਂ। ਆਪਣੀ ਜੋ ਵਾਹਿਗੁਰੂ ਨੂੰ ਦਿੱਤਾ ਬਹੁਤ ਆ, ਆਪਣੀ ਮਿਹਨਤ ਦੇ ਨਾਲ ਜਿੰਨੀ ਜ਼ਿੰਦਗੀ ਕਾਮਯਾਬ ਕਰਨੀ ਆਪ ਕਰਨੀ। ਬਿਲਕੁਲ। ਮੈਂ ਕਹਿੰਦਾ ਉਹ ਦੱਸਣ ਸਾਡੇ ਤੋਂ ਕੀ ਚਾਹੀਦਾ ਜੀ, ਉਹ ਇੰਨੇ ਜੋਗੇ ਨਹੀਂ ਅਸੀਂ ਉਹਨਾਂ ਨੂੰ ਦੇ ਸਕਦੇ ਦੱਸਣ ਵੀ ਕੀ ਚਾਹੀਦੀ ਸਾਡੇ ਸਪੋਰਟ। ਤਾਂ ਇਹ ਜਜ਼ਬਾ ਹੈ। ਕਹਿੰਦੇ ਇੱਕ MLA ਸੀਗਾ, ਚੰਗਾ ਵਾਕਫ ਸੀਗਾ। ਚਲੋ ਹਾਲਾਂਕਿ ਨਾ ਮੈਂ ਵੀ ਨਹੀਂ ਪੁੱਛਿਆ, ਮੈਂ ਕਈ ਵਾਰ ਨਿੱਜੀ ਰਿਸ਼ਤੇ ਇੱਦਾਂ ਦੇ ਹੁੰਦੇ ਨੇ ਵੀ ਬੰਦਾ ਨਾਂ ਨਹੀਂ ਵੀ ਲੈਂਦਾ, ਤਾਂ ਉਸ ਚੀਜ਼ ਦੇ ਵਿੱਚ ਮੈਂ ਨਹੀਂ ਪੈਣਾ ਚਾਹੁੰਦਾ। ਪਰ ਮੌਜੂਦਾ MLA ਅੱਜ ਵੀ ਆ ਔਰ ਪਹਿਲਾਂ ਵੀ ਸੀ। ਕਹਿੰਦੇ ਗੇੜੇ 2-4 ਮੈਂ ਜ਼ਰੂਰ ਲਾਏ, ਲਾਰੇ ਮਿਲੇ, ਨੌਕਰੀ ਤਾਂ ਨਹੀਂ ਮਿਲੀ, ਨਾ ਹੀ ਕੋਈ ਸਰਕਾਰੀ ਪੱਖ ਤੋਂ ਕੋਈ ਸਹਾਇਤਾ ਹੀ ਮਿਲੀ ਹੈ। ਭਾਈ ਲੱਗਦਾ ਵੀ ਇਹ ਸਪੋਰਟ ਜਿਵੇਂ ਜਿਸ ਤਰੀਕੇ ਨਾਲ, ਇਹ ਸਭ ਤੋਂ ਮੈਨੂੰ ਲੱਗਦਾ ਇਹ ਵੀ ਮਿਹਨਤ ਵਾਲੀ ਚੀਜ਼ ਹੈ, ਜਿਹਨੂੰ ਜ਼ੋਰ ਲਾ ਕੇ ਕੁਝ ਹਾਸਲ ਹੁੰਦਾ ਹੈ। ਜ਼ੋਰ ਲਾਉਣਾ ਹੀ ਪੈਂਦਾ, ਐਨਰਜੀ ਲਾਉਣੀ ਪੈਂਦੀ ਹੈ, ਦਿਮਾਗ ਵੀ ਨਾਲ ਲਾਉਣਾ ਪੈਂਦਾ, ਕੰਸਨਟ੍ਰੇਸ਼ਨ ਵੀ ਕਰਨੀ ਪੈਂਦੀ ਹੈ। ਲੱਗਦਾ ਸਰਕਾਰੀ ਪੱਖ ਤੋਂ ਕਿਤੇ ਨਾ ਕਿਤੇ ਬਹੁਤ ਵੱਡੀਆਂ ਕਮੀਆਂ ਨੇ, ਨੌਜਵਾਨ ਅੱਗੇ ਨਹੀਂ ਆ ਪਾਉਂਦੇ। ਬਿਲਕੁਲ ਕਮੀ ਆ। ਤੁਸੀਂ ਦੇਖੋ ਹੁਣ ਜਿੰਨੇ ਜੋ ਪਲੇਅਰ ਆ, ਜੋ ਟੌਪ ਦੇ ਪਲੇਅਰ, ਉਹ ਗੈਂਗਸਟਰ ਬਣ ਰਹੇ ਆ ਜਾਂ ਨਸ਼ਿਆਂ 'ਚ ਜਾ ਰਹੇ। ਕਿਉਂ ਜਾ ਰਹੇ ਆ? ਉਹਨਾਂ ਨੂੰ ਕੋਈ ਮਿਲ ਨਹੀਂ ਰਿਹਾ, ਅੱਗੋਂ ਕੁਝ ਦਿਸਦਾ ਨਹੀਂ। ਹੁਣ ਮੈਂ ਅੱਜ ਮੰਨ ਲਓ 16-17 ਸਾਲ ਮੈਂ ਇਸ ਲਾਈਨ ਦੇ ਵਿੱਚ ਲਾ ਲਏ, ਹੁਣ ਅੱਗੇ ਮੇਰੇ ਕੋਲ ਕੋਈ ਲਾਈਨ ਨਹੀਂ, ਮੈਂ ਕਿਸੇ ਲਾਈਨ 'ਚ ਹੋਰ 'ਚ ਜਾ ਸਕਾਂ। ਮੇਰੀ ਇਹੋ ਲਾਈਨ ਆ, ਮੈਂ ਜਾਂ ਜਿਮ ਖੋਲੂੰਗਾ ਜਾਂ ਮੈਂ ਸਪਲੀਮੈਂਟ ਰਿਗਾਰਡਿੰਗ ਕੁਛ ਕਰ ਲੂੰਗਾ, ਹੋਰ ਮੇਰੇ ਕੋਲ ਕੋਈ ਲਾਈਨ ਨਹੀਂ। ਜਾਂ ਮੈਨੂੰ ਕੋਈ ਮਤਲਬ ਮੈਂ ਆਪਦੇ ਬੇਸ 'ਤੇ ਕੋਈ ਕਰ ਸਕਦਾ, ਸਰਕਾਰਾਂ ਵੱਲੋਂ ਕੁਛ ਨਹੀਂ ਇਸ ਚੀਜ਼ ਦਾ ਹੈਗਾ। ਅੱਛਾ, ਜ਼ਿੰਦਗੀ ਦਾ ਕੋਈ ਇੱਦਾਂ ਦਾ ਤਜਰਬਾ, ਕੋਈ ਇੱਦਾਂ ਦੀ ਮੂਵਮੈਂਟ ਹੈ? ਇੱਕ ਤਾਂ ਚਲੋ ਗੋਲਡ ਮੈਡਲ ਆਇਆ ਸੀ ਜਦੋਂ, ਉਹ ਤਾਂ ਬੜੀ ਖੁਸ਼ੀ ਵਾਲਾ ਪਲ ਹੋਊਗਾ ਤੁਹਾਡੇ ਲਈ, ਪਰ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੋਈ ਪਲ ਆਇਆ ਹੋਵੇ ਜਦੋਂ ਮਨ ਥੋੜ੍ਹਾ ਜਿਹਾ ਡੋਲਿਆ ਵੀ ਹੋਵੇ, ਥੋੜ੍ਹਾ ਜਿਹਾ ਜਿਹੜੀ ਨਿਰਾਸ਼ਾ ਆ ਗਈ ਹੋਵੇ, ਕੁਝ ਇੱਦਾਂ ਦਾ ਵਾਕਿਆ ਕੋਈ ਜ਼ਿੰਦਗੀ ਦੇ ਵਿੱਚ ਹੈ ਯਾਰ? ਬਹੁਤ ਕੁਛ ਹੁੰਦੇ, ਪਰ ਮੈਂ ਉਹੀ ਕਹਿ ਰਿਹਾ ਵੀ ਨੈਗੇਟਿਵ ਥੋਟਸ ਨੂੰ ਮੈਂ ਹਮੇਸ਼ਾ ਪਿੱਛੇ ਛੱਡ ਕੇ ਹੀ ਆਇਆ। ਬਹੁਤ ਹੁਣ ਰੈਗੂਲਰ ਲਾਈਫ 'ਚ ਆਪਣੇ ਕੋਈ ਨਾ ਕੋਈ ਪ੍ਰੋਬਲਮ ਆਈ ਹੁੰਦੀ ਆ, ਅਤੇ ਬੜੀਆਂ ਆਉਂਦੀਆਂ। ਸਰ ਮੇਰੇ ਜਿਵੇਂ 3-4 ਸਰਜਰੀ ਵੀ ਹੋ ਗਈਆਂ ਮੇਰੀਆਂ, ਅਤੇ ਉਹ ਚੀਜ਼ ਵੀ ਬੈੱਡ 'ਤੇ ਬੈਠਣਾ ਮੇਰੇ ਵਰਗੇ ਲਈ ਬਹੁਤ ਮੈਂ ਕਿਹਾ ਟਫ ਆ। ਅਤੇ 6-8 ਸਾਲ ਮੈਂ ਜਿਹੜਾ ਵੀ ਬੈੱਡ 'ਤੇ ਬੈਠ ਕੇ ਕੱਢਿਆ। ਉਹ ਚੀਜ਼ ਹੁਣ ਕਾਹਦੀ ਸਰਜਰੀ ਹੋਈ ਹੈ, ਕੀ ਪ੍ਰੋਬਲਮ? ਮੇਰੀ ਮਤਲਬ ਥੋੜ੍ਹੀ ਜਿਹੀ ਲੈਂਥ ਘੱਟ ਸੀਗੀ, ਉਹਦੇ ਕਰਕੇ ਮੇਰਾ ਉਹ ਕਾਫੀ ਮੇਜਰ ਆਪਰੇਟ ਸੀਗਾ ਜਿਹੜਾ ਹੋਇਆ ਸੀਗਾ। ਇਹ 1 ਈਅਰ ਦਾ ਮੇਰਾ ਜਿਹੜਾ ਬੈੱਡ ਰੈਸਟ ਹੀ ਸੀ ਕੰਪਲੀਟ। ਅੱਛਾ, ਇਹ ਕਿੰਨੀਆਂ ਸਰਜਰੀਆਂ ਹੋਈਆਂ ਤੁਹਾਡੇ? ਮੇਰੀਆਂ ਤਕਰੀਬਨ 4 ਹੋ ਚੁੱਕੀਆਂ ਹੁਣ ਤੱਕ। ਉਹਦੇ ਬਾਵਜੂਦ ਜਿਮਿੰਗ ਨਹੀਂ ਛੱਡੀ ਤੁਸੀਂ? ਨਹੀਂ, ਜਿਮਿੰਗ ਨਹੀਂ ਛੱਡੀ। ਇੰਨਾ ਪਿਆਰ, ਇੰਨਾ ਮੋਹ ਹੈ ਜਿਮ ਦੇ ਨਾਲ? ਉਹ ਬਸ ਨੀਂਦ ਨਹੀਂ ਆਉਂਦੀ ਜੇ ਨਾਲ ਲਾਈਏ। ਹੁਣ ਇੱਕ ਐਡਿਕਸ਼ਨ ਕਹਿ ਲਓ, ਜਿਵੇਂ ਆਪੂ ਇਹ ਹੁੰਦਾ ਕਿ ਵੀ ਜੇ ਜਿਮ ਅੱਜ ਨਹੀਂ ਲਾਇਆ ਤਾਂ ਮੈਨੂੰ ਇਹ ਹੁੰਦਾ ਵੀ ਅੱਜ ਕਿਤੇ ਬਾਹਰ ਵੀ ਗਿਆ, ਮੈਂ ਸ਼ਾਮ ਨੂੰ ਜਾ ਕੇ ਮੈਂ ਉਹਦਾ ਵਰਕਆਊਟ ਮੈਂ ਪੂਰਾ ਕਰਨਾ ਅੱਜ। ਉਹ ਇਸ ਚੀਜ਼ ਦਾ ਮਤਲਬ ਨਸ਼ਾ ਹੋ ਜਾਂਦਾ ਵੀ ਇਹ ਐਡਿਕਸ਼ਨ ਆ ਇੱਕ ਇਸ ਚੀਜ਼ ਦੀ। ਇਹ ਮੈਨੂੰ ਲੱਗਦਾ ਵੀ ਆਪਾਂ ਜਿੱਦਾਂ ਪ੍ਰਮੋਟ ਇੱਕ ਚੀਜ਼, ਚੰਗੀ ਚੀਜ਼ ਨੂੰ ਪ੍ਰਮੋਟ ਕਰਨਾ ਹਰ ਬੰਦੇ ਦਾ ਫਰਜ਼ ਹੈ। ਅਸੀਂ ਵੀ ਤੁਹਾਨੂੰ ਸੁਨੇਹਾ ਲਾਇਆ, ਤੁਸੀਂ ਵੀ ਫਿਰੋਜ਼ਪੁਰ ਤੋਂ ਏਡੀ ਦੂਰੋਂ ਸਾਡੇ ਕੋਲ ਇੱਥੇ ਪਹੁੰਚ ਕੇ, ਜਲੰਧਰ ਪਹੁੰਚ ਗਏ।
ਤਾਂ ਇਸ ਚੀਜ਼ ਨੂੰ ਲੈ ਕੇ ਖੁਸ਼ੀ ਵੀ ਹੁੰਦੀ ਹੈ ਨਾ ਵੀ ਚਲੋ ਜੇ ਸਾਡੇ ਵੱਲ ਦੇਖ ਕੇ ਕੋਈ 2 ਬੰਦੇ ਹੋਰ ਸ਼ਾਇਦ ਇਸ ਲਾਈਨ ਦੇ ਵਿੱਚ ਆ ਜਾਣ, ਘੱਟੋ ਘੱਟ ਨਸ਼ੇ ਤੋਂ ਤਾਂ ਬਚ ਜਾਣਗੇ। ਬਿਲਕੁਲ। ਮੈਂ ਹੁਣ ਜਿਹੜੇ ਯੰਗ ਮੁੰਡੇ ਆ ਜਿਹੜੇ ਹੁਣ ਮੰਨ ਲਓ ਹੁਣ ਸਟਾਰਟ ਕਰ ਰਿਹਾ, ਮੈਂ ਕੋਸ਼ਿਸ਼ ਕਰਦਾ ਵੀ ਮੈਂ ਉਹਦੇ ਨਾਲ ਵੀ ਲੈ ਕੇ ਜਾਣਾ ਵੀ ਤੁਸੀਂ ਚਲੋ ਮੇਰੇ ਨਾਲ ਵੀ ਇੱਕ ਵਾਰ ਸਟਾਰਟ ਤਾਂ ਕਰੋ ਵੀ ਕਿਸੇ ਨਾ ਕਿਸੇ ਦੇ ਇਸ ਚੀਜ਼ ਤੋਂ ਬਚਿਆ ਰਵੇ, ਭਾਵੇਂ ਉਹ ਸਟੱਡੀ ਕਰਦੇ ਜਾਂ ਕੁਛ ਵੀ ਆ। ਉਹਨਾਂ ਨੂੰ ਮੈਂ ਆਪਦੀ ਮੈਂ ਫ੍ਰੀ ਆਫ ਕਾਸਟ ਉਹਨਾਂ ਮੈਂ ਟ੍ਰੇਨਿੰਗ ਵੀ ਦਿੰਦਾ, ਜੇ ਕੋਈ ਲੋੜ ਹੁੰਦੀ ਹੋਰ ਵੀ ਹੈਲਪ ਦੀ ਮੈਂ ਕਰਦਾ। ਅਤੇ ਮਤਲਬ ਮੈਂ ਉਹਨਾਂ ਨੂੰ ਬੂਸਟ ਕਰਦਾ ਵੀ ਜੇ ਕੋਈ ਇਸ ਲਾਈਨ ਪਰ ਆ ਜਾਵੇ ਤਾਂ ਵੀ ਚੰਗਾ ਬਚਿਆ। ਅੱਛਾ, ਜਿਵੇਂ ਹਰ ਬੰਦਾ ਫਿਰ ਜੇ ਪੈਸੇ ਖਰਚਦਾ ਤਾਂ ਕੋਚ ਵੀ ਕਹਿੰਦਾ ਹੋਊਗਾ ਵੀ ਮੈਨੂੰ ਕੋਚ ਵੀ ਹੈ, ਕਦੀ ਲੋਕ ਡਿਮਾਂਡ ਰਹਿੰਦੀ ਹੈ ਤੁਹਾਡੀ ਜਿਹੜੇ ਜਿਮ ਕਰਦੇ ਨੇ ਨੌਜਵਾਨ? ਨਹੀਂ, ਮੈਂ ਜਿੰਨੇ ਵੀ ਮੇਰੇ ਨਾਲ ਫਰੈਂਡ ਮਤਲਬ ਐਜ਼ ਆ ਵੀ ਛੋਟੇ ਬ੍ਰਦਰ ਵਾਂਗੂ ਮੈਂ ਸਾਰਿਆਂ ਨੂੰ ਕਹਾਂ ਕਿਸੇ ਤੋਂ ਆਪਾਂ ਚਾਰਜਸ ਵਗੈਰਾ ਕੁਛ ਨਹੀਂ ਹੁੰਦੇ। ਅਤੇ ਵੈਸੇ ਮੇਰਾ ਪ੍ਰੋਫੈਸ਼ਨਲ ਵੀ ਮੇਰਾ ਸਪਲੀਮੈਂਟ ਸਟੋਰ ਵੀ ਹੈਗਾ, ਪਰ ਮੈਂ ਜਿਵੇਂ ਵੀ ਇਸ ਚੀਜ਼ ਦਾ ਮੈਂ ਕੋਈ ਕਿਸੇ ਤੋਂ ਚਾਰਜ ਨਹੀਂ ਕਰਦਾ। ਵੀ ਮੈਨੂੰ ਇਹ ਵੀ ਸ਼ੌਂਕ ਹੀ ਹੈ ਇੱਕ ਤਰ੍ਹਾਂ ਦਾ, ਵੀ ਕਿਸੇ ਨੂੰ ਦੱਸਣਾ ਉਹ ਚੰਗਾ ਲੱਗਦਾ, ਜਦੋਂ ਕੋਈ ਪੁੱਛਦਾ ਉਹਨੂੰ ਦੱਸੀਏ, ਉਹਨੂੰ ਗਾਈਡ ਕਰੀਏ, ਵਧੀਆ ਲੱਗਦਾ। ਸਰਕਾਰਾਂ ਦੇ ਪੱਖ ਤੋਂ ਕਦੀ ਕੋਈ ਅਜੇ ਤੱਕ ਮਦਦ ਨਹੀਂ ਮਿਲੀ? ਨਹੀਂ, ਕੁਛ ਨਹੀਂ। ਸਰਕਾਰਾਂ ਤੁਹਾਨੂੰ ਪਤਾ ਹੀ ਆ, ਜੋ ਆਪਾਂ ਹਰ ਇੱਕ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ। ਨੌਕਰੀਆਂ ਲਈ ਧੱਕੇ ਤਾਂ ਖਾਦੇ ਹੋਣਗੇ ਤੁਸੀਂ ਵੀ? ਖਾਦੇ ਆ, ਮੈਂ ਟੈਸਟ ਦਿੱਤੇ ਸੀ ਪਹਿਲੋਂ, ਪਰ ਉਹ ਜਿਵੇਂ ਮੰਨ ਲਓ ਮੈਂ ਇੱਕ ਟੈਸਟ ਦਿੱਤਾ ਸੀਗਾ, ਉਹ ਰਿਜ਼ਲਟ ਆਇਆ ਨਹੀਂ, ਬਟ ਉਹ ਉਹਨਾਂ ਨੇ ਪਿੱਛੇ ਡਿਕਲੇਅਰ ਕਰਤਾ ਵੀ ਜਿਹੜੇ ਰੱਖਣੇ ਸੀ ਐਪਲੀਕੈਂਟ ਰੱਖ ਲਏ। ਉਹ ਸਾਨੂੰ ਉਦੋਂ ਪਤਾ ਲੱਗਿਆ ਨਿਊਜ਼ ਜਦੋਂ ਵੀ ਇਹਨਾਂ ਨੇ ਕਰਤੇ। ਪਰ ਗੇਮ ਦੇ ਨਾਲ ਜਿਵੇਂ ਸਪੋਰਟਸ ਕੋਟੇ ਤੋਂ ਤੁਹਾਡੀ 골ਡ ਮੈਡਲ ਵੀ ਹੈ, ਸਰਕਾਰ ਉਸ ਚੀਜ਼ ਨੂੰ ਵੀ ਨਹੀਂ ਦੇਖਦੀ, ਉਹ ਇਗਨੋਰੈਂਸ ਹੁੰਦੀ ਹੈ ਉਸ ਚੀਜ਼ 'ਤੇ? ਇਗਨੋਰੈਂਸ ਹੀ ਕਹਿ ਲਓ, ਕਿਉਂਕਿ ਮੇਰੇ ਕੋਲ ਜਿਵੇਂ ਹੈਂਡੀਕੈਪ ਦਾ ਮੇਰਾ ਬਣਿਆ ਹੋਇਆ ਸਰਟੀਫਿਕੇਟ, ਮੈਂ ਆਪਦਾ ਸਰਟੀਫਿਕੇਟ ਰਜਿਸਟਰ ਕਰਾਉਣ ਗਿਆ ਸੀ ਜਦੋਂ ਮੈਨੂੰ ਇੰਟਰਨੈਸ਼ਨਲ ਮਿਲਿਆ। ਉਹਨਾਂ ਨੇ ਇਹ ਚੀਜ਼ ਕਹੀ ਕਿ ਤੁਸੀਂ ਆਲਰੇਡੀ ਤੁਹਾਡਾ ਉਹ ਰਜਿਸਟਰਡ ਆ, ਤੁਸੀਂ ਇਹ ਸਪੋਰਟਸ ਕੋਟੇ ਦਾ ਨਹੀਂ ਰਜਿਸਟਰਡ ਕਰਾ ਸਕਦੇ। ਅੱਛਾ, ਮੀਨਸ ਜੋ ਮੰਨ ਲਓ ਹੁਣ ਮੇਰੇ ਕੋਲ ਦੋਨੇ ਚੀਜ਼ਾਂ ਹੀ ਆ, ਮੇਰਾ ਦੋਨਾਂ ਦੀ ਰਜਿਸਟਰ ਹੋਣੀ ਚਾਹੀਦੀ ਆ। ਜੋ ਵੀ ਉਹਨਾਂ ਦੇ ਮਿਹਨਤ ਕਰਕੇ ਮੈਡਲ ਲਿਆ ਨਾ? ਬਿਲਕੁਲ ਮਿਹਨਤ ਕਰਕੇ ਲਿਆ। ਮੈਂ ਤਾਂ ਕਿਹਾ ਮੇਰਾ ਉਹ ਕੈਂਸਲ ਕਰ ਦਿਓ, ਮੇਰਾ ਇੱਧਰ ਕਰ ਦਿਓ, ਮੈਨੂੰ ਇੱਧਰ ਦਾ ਜ਼ਿਆਦਾ ਸ਼ੌਂਕ ਆ। ਪਰ ਉਹ ਤੁਹਾਨੂੰ ਪਤਾ ਵੀ ਇਹ ਸਰਕਾਰ ਇੱਥੇ ਕਿਸੇ ਸੁਣਵਾਈ ਹੈ ਨਹੀਂ, ਜਿੰਨਾ ਚਿਰ ਆਪਾਂ ਕਿਸੇ ਨੂੰ ਕੋਈ ਚੜਾਵਾ ਨਹੀਂ ਚੜਾਉਂਦੇ ਇੱਥੇ ਕੰਮ ਨਹੀਂ ਹੁੰਦੇ। ਅੱਛਾ, ਤੁਸੀਂ ਇੱਥੋਂ ਤੱਕ ਵੀ ਕਹਿਤਾ ਵੀ ਮੈਨੂੰ ਹੈਂਡੀਕੈਪ ਵਾਲੀ ਜਿਹੜੀ ਸੁਵਿਧਾ ਮਿਲ ਰਹੀ ਹੈ ਸਰਕਾਰ ਦੀ, ਉਹ ਕੱਟ ਲਓ, ਭਾਵੇਂ ਬੇਸ਼ੱਕ ਦੀ ਲੈ ਲਓ, ਪਰ ਮੈਨੂੰ ਸਪੋਰਟਸ ਕੋਟੇ ਨਾਲ ਜ਼ਰੂਰ ਜੋੜ ਕੇ ਰੱਖੋ। ਸੁਵਿਧਾ ਹੈਗੀ ਆ, ਮੈਨੂੰ ਤਾਂ ਲੱਗਦਾ ਨਹੀਂ ਕੋਈ ਸੁਵਿਧਾ ਹੈਗੀ ਆ, ਉਹ ਤਾਂ ਬਸ ਇੱਕ ਸਰਟੀਫਿਕੇਟ ਆ। ਉਹ ਬਸ ਰੇਲਾਂ ਰੋਲਾਂ 'ਚ ਸਫ਼ਰ ਕਰਨ ਹੁੰਦਾ, ਉਹ ਅੱਜ ਤੱਕ ਅਸੀਂ ਕੀਤਾ ਨਹੀਂ। ਔਰ ਮੈਨੂੰ ਲੱਗਦਾ ਇਹ ਤੋਂ ਬਿਨਾਂ ਕੋਈ ਇਹ ਸੁਵਿਧਾ ਨਾ ਅੱਜ ਤੱਕ ਮਿਲੀ ਆ ਨਾ ਲਈ ਆ। ਉਹ ਸਪੋਰਟਸ ਕੋਟੇ ਚਲੇ ਸੀ ਵੀ ਚਲੋ ਇਸ ਪਾਸੇ ਮੇਰਾ ਸ਼ੌਂਕ ਆ ਵੀ ਮੇਰਾ ਇਸ ਪਾਸੇ ਮੇਰਾ ਨਾਂ ਰਜਿਸਟਰ ਹੋ ਜਾਊਗਾ, ਪਰ ਉਹ ਸਰਕਾਰਾਂ ਨੇ ਮਤਲਬ ਕੋਈ ਇਗਨੋਰ ਹੀ ਕੀਤਾ ਹਰ ਪਾਸੇ। ਲੱਗਦਾ ਫਿਰ ਹਰਿਆਣੇ ਨਾਲ ਸਾਡੇ ਨਾਲ ਤਾਂ ਫਿਰ ਹਰਿਆਣੇ ਸਰਕਾਰ ਚੰਗੀ, ਜਿਹੜੀ ਪਲੇਅਰਾਂ ਦੀ ਇੰਨੀ ਬੁੱਕਤ ਪਾਉਂਦੀ, ਇੰਨੀ ਕਦਰ ਵੀ ਕਰਦੀ ਹੈ। ਮੈਂ ਕਹਿੰਦਾ ਉਹ ਮੱਚ ਬੈਟਰ ਆਪਣੇ ਨਾਲ। ਉਹਨਾਂ ਦੀ ਤੁਸੀਂ ਦੇਖੋ ਮੁੰਡੇ ਅੱਗੇ ਵੱਧ ਰਹੇ, ਉਹਨਾਂ ਦੇ ਕਿੰਨੇ ਆਪਣੇ ਕੁਸ਼ਤੀ 'ਚ ਵੀ ਹੋ ਗਏ, ਹੋਰ ਵੀ ਖੇਡਾਂ ਕਿੰਨੀਆਂ ਜਿਹੜੇ ਅੱਗੇ ਜਾ ਰਹੇ ਆ। ਆਪਣੇ ਪੰਜਾਬ 'ਚ ਸੁਣਿਆ ਤੁਸੀਂ ਕੋਈ ਮੁੰਡਾ ਗਾਂ ਲੰਘਿਆ ਹੋਵੇ ਜਿਹੜਾ ਕੋਈ 4 ਛਿੱਲੜ ਦੇ ਦਿੰਦਾ ਹੋਵੇ, ਲੰਘ ਜਾਂਦਾ, ਬਾਕੀ ਬੈਠੇ ਪਿੱਛੇ ਵਿਚਾਰੇ। ਇਹ ਜਿਮਿੰਗ ਲਾਈਨ ਦੇ ਉੱਤੇ ਖਰਚਾ ਵੀ ਬਹੁਤ ਹੁੰਦਾ ਕਹਿੰਦੇ, ਇਹਦੇ ਵਿੱਚ ਡਾਈਟ ਦਾ ਖਰਚਾ ਵੀ ਹੈ, ਜਿਮ ਦਾ ਖਰਚਾ ਵੀ ਆ, ਹੋਰ ਬਹੁਤ ਸਾਰੇ ਖਰਚੇ ਪੈਂਦੇ ਨੇ ਬੰਦੇ। ਬਹੁਤ ਖਰਚਾ ਬਈ ਡੇਲੀ ਦਾ ਜੇ ਵੇਖਿਆ ਜਾਵੇ 400-500 ਰੁਪਏ ਮਤਲਬ ਇੱਕ ਦਿਨ ਦਾ ਖਰਚਾ ਹੈਗਾ, ਜਿਹੜਾ ਆਮ ਬੰਦਾ ਨਹੀਂ ਚੱਲ ਸਕਦਾ। ਮੇਰੀ ਡਾਈਟ ਇੰਨੀ ਮਹਿੰਗੀ ਆ, ਸਪਲੀਮੈਂਟਸ ਵਗੈਰਾ, ਪ੍ਰੋਟੀਨ, ਜੇ ਆਪਾਂ ਨੈਚੁਰਲ ਵੀ ਗੱਲ ਕਰੀਏ ਤਾਂ ਤੁਸੀਂ ਹਰ ਇੱਕ ਚੀਜ਼ ਦਾ ਤੁਸੀਂ ਅੱਜ ਮਹਿੰਗਾਈ ਦਾ ਹਿਸਾਬ ਲਾ ਲਓ, ਪਰ 400-500 ਰੁਪਇਆ ਮੈਨੂੰ ਲੱਗਦਾ ਮੇਰਾ ਡੇਲੀ ਦਾ ਮੇਰਾ ਖਰਚਾ ਹੈਗਾ। ਔਰ ਸਰਕਾਰਾਂ ਇਹਦੇ ਵੱਲ ਕੁਝ ਦਿੰਦੀਆਂ ਨਹੀਂ ਬੇਟੇ? ਨਾ ਸਰਕਾਰਾਂ ਦਾ ਤੇ ਪਤਾ ਹੀ ਆਪਾਂ ਨੂੰ ਕੀ ਇਹਨਾਂ ਦਾ। ਹੁਣ ਵੀ ਫਿਰ ਜਿਮਿੰਗ ਹੁਣ ਵੀ ਰੈਗੂਲਰ? ਹੁਣ ਵੀ ਰੈਗੂਲਰ, ਹਾਂਜੀ। ਮੇਰਾ ਡੇਲੀ ਦਾ ਮੇਰਾ ਆਪਦਾ ਬਣਿਆ ਹੋਇਆ, ਮੈਂ 6 ਦਿਨ ਆਪਦਾ ਲਾਉਣਾ ਹੀ ਲਾਉਣਾ, ਮਤਲਬ ਵੀਕਲੀ ਪੂਰਾ ਮੇਰਾ ਕੰਪਲੀਟ ਹੁੰਦਾ। ਕੋਈ ਕਿਸੇ ਭਾਵੇਂ ਟਾਈਮ ਹੋ ਜਾਏ, ਜਿੱਦਾਂ ਨਹੀਂ ਤਾਂ ਪੂਰਾ ਉਹਦਾ ਲਈਦਾ। ਫੈਮਿਲੀ ਦਾ ਫਿਰ ਕਿੱਦਾਂ ਦਾ ਰਹਿੰਦਾ ਨਾਲ, ਸਪੋਰਟ ਕਿੱਦਾਂ ਦੀ ਰਹਿੰਦੀ ਹੈ ਸ਼ੁਰੂ ਤੋਂ ਲੈ ਕੇ? ਜੇ ਮੰਨ ਲਓ ਪੜ੍ਹਾਈ ਦੀ ਗੱਲ ਕਰੀਏ, ਜਿਮ ਜਦੋਂ ਸਟਾਰਟ ਕੀਤਾ, ਫਿਰ ਅੱਗੇ ਕੰਪੀਟੀਸ਼ਨ ਵੀ ਜਿੱਤਿਆ, ਉਦੋਂ ਤਾਂ ਸੁਭਾਵਿਕ ਤੌਰ ਦੇ ਉੱਤੇ ਬਹੁਤ ਖੁਸ਼ੀ ਹੋਈ ਹੋਵੇਗੀ। ਕਿੱਦਾਂ ਦੀ ਉਹਨਾਂ ਦੀ ਨਾਲ ਸਪੋਰਟ ਰਹੀ ਹੈ? ਫੈਮਿਲੀ ਦੀ ਬਹੁਤ ਸਪੋਰਟ ਅੱਜ ਦੀ ਤਰੀਕ ਤੱਕ ਵੀ ਮੇਰੇ ਨਾਲ ਆ। ਸਾਰੀ ਮੇਰੀ ਫੈਮਿਲੀ, ਮੇਰੇ ਪੇਰੈਂਟਸ ਸਾਰੇ ਮੇਰੇ ਨਾਲ ਆ, ਵਧੀਆ ਸਪੋਰਟ ਕਰਦੇ ਆ ਮੈਨੂੰ ਹਰ ਇੱਕ ਚੀਜ਼। ਕਦੇ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਵੀ ਐਂ ਨਹੀਂ ਕਰਨਾ, ਉਹ ਨਹੀਂ ਕਰਨਾ, ਵੀ ਓਪਨ ਮਾਈਂਡਡ ਆ ਸਾਰੇ, ਵਧੀਆ ਕਰਦੇ ਆ। ਅੱਛਾ, ਜਿਵੇਂ ਕੰਪੀਟੀਸ਼ਨਸ ਪੰਜਾਬ ਦੇ ਕਹਿ ਲਈਏ ਜਾਂ ਇੰਡੀਆ ਲੈਵਲ ਦੇ ਉੱਤੇ ਹੁੰਦੇ ਨੇ, ਕਿੰਨੇ ਕੁ ਕੰਪੀਟੀਸ਼ਨਸ ਹੁਣ ਤੱਕ ਤੁਸੀਂ ਜਿਹੜੇ ਆ ਉਹਨਾਂ ਦੇ ਵਿੱਚ ਪਾਰਟੀਸਪੇਟ ਕਰ ਚੁੱਕੇ ਹੋਵੋਗੇ, ਔਰ ਕਿੱਦਾਂ ਦੀ ਪਰਫੋਰਮੈਂਸ ਉਹਨਾਂ ਕੰਪੀਟੀਸ਼ਨਸ ਦੇ ਵਿੱਚ ਰਹੀ? ਮੈਂ ਜਿਵੇਂ ਕਿਹਾ ਕਿ ਮੈਂ ਇੱਕ ਜ਼ਿਆਦਾ ਪ੍ਰੋਫੈਸ਼ਨਲ ਇਲੀਅੰਸ ਨੂੰ ਲਿਆ, ਫਿਰ ਵੀ ਮੈਂ 4-5 ਕੰਪੀਟੀਸ਼ਨ ਪੰਜਾਬ ਲੈਵਲ 'ਤੇ ਕੀਤੇ ਆ। ਇੱਕ 'ਚੋਂ ਮੇਰਾ 3rd ਰਿਹਾ, ਬਾਕੀ ਸਾਰਿਆਂ 'ਚ ਮੇਰਾ ਗੋਲਡ ਹੀ ਸੀਗਾ। ਅੱਛਾ, ਮੈਂ ਬੋਡੀ ਬਿਲਡਿੰਗ ਜੋ ਮਿਸਟਰ ਪੰਜਾਬ ਹੋ ਜਾਂਦੇ, ਆਪਣੇ ਲੋਕਲ ਲੈਵਲ 'ਤੇ ਵੀ ਹੈ ਨਾ ਹੋ ਜਾਂਦੇ, ਲੁਧਿਆਣੇ ਵੀ ਹੋਏ 1-2, ਉਹਨਾਂ 'ਚ ਸਾਰਿਆਂ 'ਚ ਮੇਰਾ ਬੋਡੀ ਬਿਲਡਿੰਗ ਮੇਰੀ ਕੈਟਾਗਰੀ ਮੇਰਾ ਗੋਲਡ ਹੀ ਪਿਆ ਹਮੇਸ਼ਾ। ਇੱਕ 'ਚ ਵੇਟ ਲਿਫਟਿੰਗ ਸੀ, ਉਹ 'ਚ ਮੇਰਾ 3rd ਪਿਆ ਸੀਗਾ, ਬਾਕੀਆਂ ਸਾਰਿਆਂ 'ਚ ਮੇਰਾ 1st ਹੀ ਰਿਹਾ। ਜਿਵੇਂ ਸਾਡੇ ਪਲੇਅਰਸ ਓਲੰਪਿਕਸ ਵਿੱਚ ਵੀ ਜਾਂਦੇ ਹੋਣਗੇ, ਜਾਂ ਹੋਰ ਜਿਹੜੀਆਂ ਇੰਡੀਆ ਲੈਵਲ ਦੇ ਉੱਤੇ ਜਿਹੜੀ ਭਾਰਤ ਸਰਕਾਰ ਦੇ ਨਾਲ ਜੁੜੀਆਂ ਫੈਡਰੇਸ਼ਨਸ ਹੋਣਗੀਆਂ, ਉਹਨਾਂ ਤੱਕ ਕਦੀ ਕੀਤੀ ਹੈ ਟਰਾਈ, ਕਦੀ ਉਹਨਾਂ ਤੱਕ ਪਹੁੰਚ ਕੀਤੀ ਹੈ ਕਦੀ? ਮੈਂ ਉਹੀ ਕਿਹਾ ਕਿ ਜਿਵੇਂ ਦੱਸਿਆ ਕਿ ਕੋਈ ਪਲੇਟਫਾਰਮ ਹੈ ਨਹੀਂ ਉਸ ਤੱਕ ਪਹੁੰਚਣ ਦਾ। ਮੈਂ ਮੇਲਾਂ ਮੂਲਾਂ ਸਾਰਿਆਂ ਨੂੰ ਕਰਕੇ ਦੇਖੀਆਂ। ਜਦੋਂ ਮੇਰਾ ਆਇਆ ਸੀ ਮੈਂ ਗੋਲਡ ਮੈਡਲ ਜਿੱਤਿਆ, ਮੈਂ ਉਦੋਂ ਸਪੋਰਟਸ ਮਿਨਿਸਟਰ ਨੂੰ ਵੀ ਕੀਤੀ, ਨਵਜੋਤ ਸਿੱਧੂ ਨੂੰ, ਪਤਾ ਨਹੀਂ ਕਿਹਨੂੰ ਮੇਲਾਂ ਕੀਤੀਆਂ ਉਦੋਂ, ਪਰ ਕਿਤੋਂ ਕੋਈ ਰਿਪਲਾਈ ਨਹੀਂ ਆਇਆ। ਅੱਛਾ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਅਪਰੋਚ ਕੀਤੀ ਮੇਲ ਕਰਕੇ? ਮੈਂ ਮੇਲ ਕੀਤੀ ਸੀ ਉਹਨਾਂ ਨੂੰ ਇਸ ਚੀਜ਼ ਦੀ, ਅਤੇ ਉਹ ਮਤਲਬ ਅੱਜ ਤੱਕ 3 ਸਾਲ 4 ਸਾਲ ਹੋ ਗਏ, ਅਜੇ ਤੱਕ ਤਾਂ ਮੈਨੂੰ ਕੋਈ ਰਿਪਲਾਈ ਆਇਆ ਨਹੀਂ, ਤਾਂ ਗਾਂ ਕੋਈ ਉਮੀਦ ਵੀ ਨਹੀਂ। ਅੱਛਾ,
ਜਦ ਕਿ ਸਿੱਧੂ ਹੋਣੀ ਖੁਦ ਕ੍ਰਿਕਟਰ ਰਹੇ ਨੇ, ਸਪੋਰਟਸ ਦੇ ਨਾਲ ਉਹਨਾਂ ਦਾ ਲੰਬਾ ਤਜਰਬਾ ਹੈ, ਖੁਦ ਖਿਡਾਰੀ ਰਹੇ ਨੇ, ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਉਹਨਾਂ ਨੇ ਵੀ। ਲੱਗਦਾ ਫਿਰ ਇੱਦਾਂ ਦੀ ਸਿਚੁਏਸ਼ਨ 'ਚ ਆ ਕੇ ਵੀ ਮਨ ਜਿਹੜਾ ਉਹ 'ਤੇ ਇਫੈਕਟ ਹੁੰਦਾ ਵੀ ਚੀਜ਼ ਇੱਕ ਸਪੋਰਟਸ ਨਾਲ ਜੁੜਿਆ ਹੋਇਆ ਨੁਮਾਇੰਦਾ ਹੀ ਸਾਰ ਨਹੀਂ ਲੈ ਰਿਹਾ ਖਿਡਾਰੀਆਂ ਦੀ, ਤਾਂ ਫਿਰ ਕੌਣ ਲਏਗਾ? ਇਹੀ ਸੋਚ ਕੇ ਮੈਂ ਕੀਤਾ ਵੀ ਚਲ ਉਹ ਸਪੋਰਟਸ ਬੰਦਾ ਵੀ ਉਹਨੇ ਥੋੜ੍ਹਾ ਬਹੁਤਾ ਸ਼ਾਇਦ ਉਹਦੇ ਮਾਈਂਡ 'ਚ ਹੋਊਗਾ ਨਾ ਕੋਈ ਚੀਜ਼ ਵੀ ਆਪਾਂ ਇਹ ਥੋੜ੍ਹੀ ਵੀ ਕੁਛ ਉਹਨੂੰ ਕਹਿੰਦੇ ਸਾਨੂੰ ਪੈਸੇ ਦਿਓ ਜਾਂ ਕੁਛ, ਸਾਨੂੰ ਇਸ ਵਿੱਚ ਅਗਲੇ ਲੈਵਲ ਤੱਕ ਸਾਨੂੰ ਲੈ ਜਾਓ, ਸਰਕਾਰ ਤੱਕ ਅਸੀਂ ਖੇਡਣਾ ਚਾਹੁੰਦੇ ਆ। ਪਰ ਕਿਸੇ ਕੋਈ ਉਹ ਕਿਸੇ ਸਾਨੂੰ ਪਤਾ ਹੀ ਨਹੀਂ ਵੀ ਕਿਹੜੇ ਬੰਦੇ ਨਾਲ ਗੱਲ ਕਿਹਨੂੰ ਕਰਨੀ, ਕਿਸੇ ਕੋਲ ਕਰੀਏ ਕੋਈ ਗੱਲ ਨਹੀਂ ਸੁਣਦਾ। ਕਿਸੇ ਦਾ ਆਪਾਂ ਨੂੰ ਪਤਾ ਹੋਵੇ ਨਾ ਵੀ ਇਸ ਪਰਸਨ ਕੋਲੋਂ ਮੈਂ ਜਾ ਕੇ ਮਿਲੂੰਗਾ, ਮੈਨੂੰ ਕੋਈ ਨਾ ਕੋਈ ਗਾਈਡੈਂਸ ਮਿਲੂਗੀ। ਆਪਣੇ ਕਿਸੇ ਨੂੰ ਕੁਛ ਹੈ ਹੀ ਨਹੀਂ ਇੱਥੇ, ਕਿਸੇ ਨੂੰ ਨੌਲੇਜ ਹੀ ਹੈ ਨਹੀਂ ਇਸ ਚੀਜ਼ ਦੀ। ਫਿਰ ਇਹੀ ਕਾਰਨ ਲੱਗਦਾ ਵੀ ਜਿਵੇਂ ਆਪਾਂ ਤੁਸੀਂ ਵੀ ਗੱਲ ਕੀਤੀ ਵੀ ਗੈਂਗਸਟਰਸ ਬਣ ਰਹੇ ਨੇ ਨੌਜਵਾਨ, ਜਾਂ ਨਸ਼ੇ ਦੀ ਦਲਦਲ ਦੇ ਵੱਲ ਜਾ ਰਹੇ ਨੇ, ਖਿਡਾਰੀ ਸਾਂਭੇ ਨਹੀਂ ਜਾ ਰਹੇ। ਇਹੀ ਚੀਜ਼ ਹੋ ਗਈ ਜੀ। ਹੁਣ ਜੇ ਮੇਰਾ ਚਲੋ ਮੇਰੀ ਬੈਕਗਰਾਊਂਡ ਅੱਛੀ ਆ, ਮੇਰੀ ਫੈਮਿਲੀ ਮੈਂ ਬਹੁਤ ਵਧੀਆ ਉਹਨਾਂ ਨੇ ਸਪੋਰਟ ਕੀਤਾ। ਜਿਨ੍ਹਾਂ ਦੀ ਨਹੀਂ ਫੈਮਿਲੀ ਸਪੋਰਟ ਕਰ ਪਾਉਂਦੀ ਉਹ ਫਿਰ ਪੁੱਠੇ ਰਾਹਾਂ ਤੁਰਦੇ ਹੀ ਆ। ਹੁਣ ਹੋ ਹੀ ਰਿਹਾ, ਬਹੁਤ ਕੁਛ ਹੋ ਰਿਹਾ, ਕੋਈ ਗੈਂਗਸਟਰ ਬਾ ਚੋਰੀਆਂ ਕਰ ਰਹੇ ਆ, ਫਿਰ ਉਹ ਚੀਜ਼ਾਂ ਨਸ਼ੇ 'ਤੇ ਆ ਜਾਂਦੀਆਂ ਹੌਲੀ ਹੌਲੀ, ਅਤੇ ਉਹ ਨਹੀਂ ਸੰਭਾਲੇ ਜਾ ਰਹੇ। ਜਿਹੜੇ ਰੋਈ ਨਸ਼ਿਆਂ ਨੂੰ ਜਾਂਦੇ ਆ ਵੀ ਅਸੀਂ ਆਹ ਕਰਤਾ ਉਹ ਕਰਤਾ ਸਹੁੰ ਖਾ ਕੇ, ਪਰ ਜਿਹੜੀ ਚੀਜ਼ ਮੇਨ ਜਿਹੜੇ ਤੁਹਾਡੇ ਕੋਲ ਪੰਜਾਬ ਦੇ ਸਪੋਰਟਸਮੈਨ ਸਾਂਭ ਨਹੀਂ ਰਹੇ, ਇਹਨਾਂ ਵਾਸਤੇ ਕੋਈ ਜਿੰਮ ਖੋਲ੍ਹ ਦਿਓ ਜਾਂ ਕੁਛ ਕਰ ਦਿਓ। ਉਹ ਤਾਂ ਹੁਣ ਦੇਖੋ ਠੇਕੇ ਖੁੱਲ੍ਹੇ ਆ, ਜਿੰਮ ਬੰਦ ਆ। ਇਹ ਵੀ ਚੀਜ਼ ਦਾ ਤੁਸੀਂ ਦੇਖੋ, ਇਹ ਕਰੋਨਾ ਸਾਡੇ ਜਿੰਮ ਨਾਲ ਥੋੜ੍ਹੀ ਫੈਲਣਾ, ਉਹ ਸਾਨੂੰ ਸਾਡੇ ਵਾਸਤੇ ਤਾਂ ਇੱਕ ਖੁਰਾਕ ਆ, ਜਿੰਨਾ ਚਿਰ ਅਸੀਂ ਲਾਵਾਂਗੇ ਸਾਨੂੰ ਨੀਂਦ ਨਹੀਂ ਆਉਂਦੀ। ਤਾਂ ਬਾਕੀ ਸਾਰਾ ਕੁਝ ਤੁਹਾਡਾ ਚੱਲ ਰਿਹਾ, ਇਹ ਕਦੋਂ ਬੰਦ ਕਰੀ ਬੈਠੇ ਤੁਸੀਂ? ਅੱਛਾ, ਡਾਈਟ ਦਾ ਥੋੜ੍ਹਾ ਜਿਹਾ ਇੱਕ ਵਾਰ ਦੱਸ ਦਿਓ, ਸਵੇਰ ਨੂੰ ਰੂਟੀਨ ਕੀ ਰਹਿੰਦੀ ਹੈ, ਕੀ ਛਕਦੇ ਹੁੰਦੇ ਫਿਰ? ਡਾਈਟ ਸਵੇਰੇ ਜਦੋਂ ਉੱਠਦਾ ਪਹਿਲਾਂ ਮੇਰਾ ਪ੍ਰੋਟੀਨ ਹੀ ਹੁੰਦਾ, ਅਤੇ ਵੇ ਪ੍ਰੋਟੀਨ ਤੋਂ ਉਸ ਤੋਂ ਬਾਅਦ ਜਿਵੇਂ ਮੇਰਾ ਇੱਕ ਸਮੂਦੀ ਟਾਈਪ ਲੈ ਲੈਣਾ, ਸਾਰਾ ਕੁਛ ਜਿਵੇਂ ਨਟਸ ਵਗੈਰਾ ਪਾ ਕੇ, ਸੀਡਸ ਵਗੈਰਾ ਲੈ ਲਈਦੇ ਆ, ਓਟਸ ਲੈ ਲਈਦੇ ਆ। ਉਸ ਤੋਂ ਬਾਅਦ ਮੇਰਾ ਬ੍ਰੇਕਫਾਸਟ ਜਿਵੇਂ ਹੋ ਜਾਂਦਾ ਨੋਰਮਲੀ ਆਮਲੇਟ, ਬ੍ਰੈਡ ਆਮਲੇਟ ਹੋ ਜਾਂਦਾ, ਫਿਰ ਜੂਸ ਵਗੈਰਾ ਹੋ ਜਾਂਦਾ, ਦੁਪਹਿਰੇ ਰਾਈਸ ਵਗੈਰਾ ਹੋ ਗਏ। ਸਮ ਟਾਈਮ ਜਿੱਦਾਂ ਹੋਵੇ ਬੋਇਲਡ ਚਿਕਨ, ਬੋਇਲਡ ਰਾਈਸ, ਮੇਰਾ ਇਹੀ ਹੁੰਦਾ ਬਸ। ਵੀ ਜ਼ਿਆਦਾ ਮੇਰਾ ਹੁਣ ਜਿਵੇਂ ਗਰਮੀ ਕਰਕੇ ਜ਼ਿਆਦਾ ਫਰੂਟਸ ਵਗੈਰਾ 'ਤੇ ਮੇਰਾ ਫੋਕਸ। ਅੱਛਾ, ਬੋਡੀ ਦਾ ਸਭ ਤੋਂ ਵਧੀਆ ਕਿਹੜੇ ਮਸਲ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਹੁੰਦੇ ਜਿਸ ਦਿਨ ਵੀ ਉਹਦੀ ਵਾਰੀ ਹੁੰਦੀ ਟ੍ਰੇਨਿੰਗ ਦੀ, ਉਸ ਚੀਜ਼ ਨੂੰ ਟ੍ਰੇਨ ਕਰਨਾ, ਫਿਰ ਉਸ ਦਿਨ ਕਿਹੜੀ ਚੀਜ਼ ਨੂੰ ਟ੍ਰੇਨ ਜ਼ਿਆਦਾ? ਬਾਈਸੈਪ ਟ੍ਰਾਈਸੈਪ ਮੇਰੀ ਫੇਵਰੇਟ ਆ। ਇਹਨਾਂ ਜਿੱਦਣ ਇਹ ਨਾ ਹੋਵੇ ਉਹਦਾ ਵਿਆਹ ਜਨਾ ਚਾਹ ਚੜਿਆ ਹੁੰਦਾ ਅੱਜ ਬਾਈਸੈਪ ਲਾਉਣੇ। ਅੱਛਾ, ਫਿਰ ਉਧਰ ਫਿਰ ਇਹ ਨਹੀਂ ਦੇਖਦੇ ਵੀ ਐਨਰਜੀ ਕਿੰਨੀ ਹੈ, ਜ਼ੋਰ ਕਿੰਨਾ ਲੱਗਣਾ? ਨਹੀਂ, ਉਦੋਂ ਕੋਈ ਨਹੀਂ ਵੇਖੀਦਾ, ਉਦੋਂ ਫਿਰ ਆਪਦਾ ਪਹੁੰਚ ਹੀ ਚਾਹੀਦਾ। ਬਾਕੀ ਸਾਰੇ ਹੀ ਫੇਵਰੇਟ ਆ, ਬਟ ਉਹਦੇ ਵਿੱਚੋਂ ਇਹ ਆਪਦਾ ਇੱਕ ਵੀ ਫੇਵਰੇਟ ਮਸਲਾ ਹੈ। ਅੱਛਾ ਬਾਈ ਜੀ, ਜਾਂਦੇ ਜਾਂਦੇ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਹੋ? ਕਿਉਂਕਿ ਬਹੁਤ ਸਾਰੇ ਨੌਜਵਾਨ ਅੱਜ ਵੀ ਜਿਮ ਕਰਨਾ ਚਾਹੁੰਦੇ ਨੇ, ਜਾਂ ਉਹਨਾਂ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਜਿਹੜੇ ਰਸਤੇ ਤੋਂ ਥੋੜ੍ਹੇ ਜਿਹੇ ਭਟਕ ਗਏ ਨੇ, ਜਾਂ ਨਿਰਾਸ਼ ਨੇ ਕੋਈ ਜ਼ਿੰਦਗੀ ਦੇ ਵਿੱਚ ਕਿਸੇ ਘਟਨਾ ਤੋਂ ਬਾਅਦ, ਜਾਂ ਨਸ਼ੇ ਦੀ ਦਲਦਲ ਦੇ ਵਿੱਚ ਜੰਜੀਰਾਂ 'ਚ ਫਸੇ ਨੇ? ਤਾਂ ਮੈਂ ਵੀਰ ਦੇ ਬਾਰੇ ਥੋੜ੍ਹਾ ਜਿਹਾ ਦੱਸ ਦੇਵਾਂ ਵੀ ਦੋਨੋਂ ਲੈਗਸ ਦੇ ਵਿੱਚ ਪ੍ਰੋਬਲਮ ਹੈ। ਇੱਕ 0% ਕੰਮ ਕਰਦੀ ਹੈ ਔਰ ਇੱਕ 40 to 50% ਜਿਹੜੀ ਹੈ ਉਹ ਕੰਮ ਕਰਦੀ ਹੈ। ਪਰ ਹੌਸਲੇ ਬੁਲੰਦ ਨੇ, ਹੌਸਲੇ ਮੈਨੂੰ ਲੱਗਦਾ ਵੀ ਇੱਕ ਤੰਦਰੁਸਤ ਇਨਸਾਨ ਦੇ ਨਾਲੋਂ ਵੀ ਕਿਤੇ ਵੱਧ ਨੇ। ਹਿੰਮਤ ਹੈ, ਜੋਸ਼ ਹੈ, ਅਤੇ ਜਜ਼ਬਾ ਹੈ, ਜਨੂੰਨ ਹੈ ਜ਼ਿੰਦਗੀ ਨੂੰ ਜਿਉਣ ਦਾ। ਤਾਂ ਵੀਰ ਜੀ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹੀ ਆ ਭਰਾਵਾਂ ਨੂੰ ਕਿ ਕੁਛ ਵੀ ਇੰਪੋਸੀਬਲ ਨਹੀਂ ਹੈਗਾ। ਜੇ ਆਪਾਂ ਕੋਈ ਚੀਜ਼ ਸੋਚ ਲਈ ਮਾਈਂਡ ਦੇ ਵਿੱਚ, ਕਿਉਂਕਿ ਡਿਸੇਬਿਲਿਟੀ ਸਿਰਫ ਮਾਈਂਡ ਦੀ ਆ। ਜੇ ਆਪਾਂ ਸੋਚ ਲਈ ਕੋਈ ਚੀਜ਼ ਮੈਂ ਕਰਨੀ ਆ, ਉਹ ਤੁਹਾਡੇ ਤੋਂ ਦੂਰ ਨਹੀਂ, ਉਹਨੂੰ ਤੁਸੀਂ ਕਰ ਸਕਦੇ ਆ। ਕੋਈ ਨਸ਼ਾ ਕਰਦਾ ਛੱਡ ਕੇ ਦੇਖੋ, 1 ਦਿਨ 2 ਦਿਨ ਲੱਗੂ, 4 ਦਿਨ ਲੱਗੂ, ਕਿਸੇ ਦੀ ਹੈਲਪ ਲੈ ਲਓ, ਅਸੀਂ ਖੜ੍ਹੇ ਹਾਂ ਨਾਲ, ਪਰ ਉਹਦੇ ਗੋਲ ਵੱਲ ਵਧੋ। ਪਰ ਇਹ ਜੇ ਆਪਾਂ ਇੱਕ ਚੀਜ਼ ਆਪਣੀ ਲਾਈਫ 'ਚ ਮੰਨ ਲਓ ਕੋਈ ਖਰਾਬ ਹੋ ਗਈ, ਆਪਾਂ ਉਹਦੇ ਮਗਰ ਸਾਰੀ ਲਾਈਫ ਖਰਾਬ ਨਹੀਂ ਕਰ ਸਕਦੇ। ਹੋਰ ਬਹੁਤ ਪੋਜ਼ੀਟਿਵ ਪੁਆਇੰਟਸ ਹੁੰਦੇ ਆ, ਇੱਕ ਚੀਜ਼ ਦੇ ਮਗਰ ਆਪਦੀ ਲਾਈਫ ਖਰਾਬ ਨਾ ਕਰੋ, ਅੱਗੇ ਵਧੋ। ਰਮਨਦੀਪ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ, ਔਰ ਸਲੂਟ ਹੈ ਤੁਹਾਡੀ ਇਸ ਮਿਹਨਤ ਨੂੰ ਸਾਡਾ, ਔਰ ਤੁਹਾਡੀ ਇਸ ਜਿਹੜੀ ਤੁਸੀਂ ਮੁਕਾਮ ਹਾਸਲ ਕੀਤਾ ਹੈ, ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਔਰ ਅਪੀਲ ਇਹੀ ਕਰਦੇ ਹਾਂ ਵੀ ਜੇ ਰਮਨਦੀਪ ਸਿੰਘ ਹੋਰੀ ਜ਼ਿੰਦਗੀ ਦੀ ਇਸ ਚੁਣੌਤੀ ਨੂੰ ਹਰਾ ਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਨੇ, ਉਹ ਆਪਣੇ ਇਸ ਸ਼ੌਂਕ ਨੂੰ ਕਾਮਯਾਬ ਕਰ ਸਕਦੇ ਨੇ, ਤਾਂ ਤੁਸੀਂ ਵੀ ਆਪਣੇ ਇੱਕ ਚੰਗੇ ਸ਼ੌਂਕ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਕੋਈ ਕਾਮਯਾਬੀ ਹਾਸਲ ਕਰਨ ਦੇ ਲਈ ਜੇ ਮਿਹਨਤ ਕਰੋ, ਤਾਂ ਸ਼ਾਇਦ ਤੁਹਾਨੂੰ ਕੋਈ ਵੀ ਜ਼ਿੰਦਗੀ ਦੀ ਚੁਣੌਤੀ ਜਾਂ ਕੋਈ ਵੀ ਪਰੇਸ਼ਾਨੀ ਤੁਹਾਡੇ ਰਾਹ ਦਾ ਰੋੜਾ ਨਹੀਂ ਬਣ ਸਕਦੀ ਹੈ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।